ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ। ਹੁਣ ਜਿਹੜੀ ਨਵੀਂ ਮੁਹਿੰਮ ਚੱਲੀ ਆ ਕਿ ਗੈਂਗਸਟਰ ਕਿਸ ਤਰੀਕੇ ਨਾਲ ਪੰਜਾਬ ਨੂੰ ਭੈਭੀਤ ਕਰ ਰਹੇ ਨੇ ਔਰ ਜਿਹਦੇ ਨਾਲ ਪੰਜਾਬ ਦੀ ਤਰੱਕੀ ਅਤੇ ਹੋਰ ਡਿਵੈਲਪਮੈਂਟ ਗਰੋਥ ਜਿਹੜੀ ਹੈ ਉਹ ਪ੍ਰਭਾਵਿਤ ਹੋ ਰਹੀ ਹੈ। ਸਿੱਧੂ ਮੂਸੇਵਾਲੇ ਦੇ ਕਤਲ ਤੋਂ ਬਾਅਦ ਬਾਰ-ਬਾਰ ਇਹ ਗੱਲਬਾਤ ਚੱਲ ਰਹੀ ਹੈ ਕਿ ਇੱਥੇ ਲਾਅ ਐਂਡ ਆਰਡਰ ਦੀ ਕੀ ਸਿਚੁਏਸ਼ਨ ਹੈ। ਜਿਹੜੇ ਪੋਲੀਟੀਕਲ ਸਾਇੰਸ ਜਾਂ ਲਾਅ ਪੜ੍ਹੇ ਹੋਏ ਨੇ ਉਹ ਸਾਰੇ ਭਲੀ ਭਾਂਤ ਪੌਗ ਦੇ ਸਿਧਾਂਤ ਤੋਂ ਜਾਣੂ ਨੇ। POGG, ਪੀਸ ਆਰਡਰ ਐਂਡ ਗੁੱਡ ਗਵਰਨਮੈਂਟ। ਹੁਣ ਪੀਸ ਆਰਡਰ ਐਂਡ ਗੁੱਡ ਗਵਰਨਮੈਂਟ ਦਾ ਸਿੱਧਾ ਤਾਲੁਕ ਇਸ ਕਰਕੇ ਆ ਕਿਉਂਕਿ ਜੇ ਪੀਸ ਅਤੇ ਆਰਡਰ ਸਟੇਟ ਦੇ ਵਿੱਚ ਨਹੀਂ ਰਹਿੰਦੇ ਤਾਂ ਗੁੱਡ ਗਵਰਨਮੈਂਟ ਨਹੀਂ ਰਹਿ ਸਕਦੀ। ਫਿਰ ਹੁਣ ਇਸੇ ਕਰਕੇ ਭਗਵੰਤ ਮਾਨ ਹੋਰਾਂ ਦੀ ਚੀਫ ਮਿਨਿਸਟਰ ਦੀ ਦਿਲਚਸਪੀ ਇਸ ਦੇ ਵਿੱਚ ਬਹੁਤ ਵਧੀ ਹੋਈ ਆ ਕਿ ਛੇਤੀ ਇਹ ਮਸਲਾ ਨਜਿੱਠਿਆ ਜਾਏ, ਕਾਤਲਾਂ ਨੂੰ ਲੱਭਿਆ ਜਾਏ। ਅਨਮੋਲ ਸਿੱਧੂ ਜਿਹੜੇ ਪੰਜਾਬ ਯੂਨੀਵਰਸਿਟੀ ਦੇ ਹੀ ਵਿਦਿਆਰਥੀ ਨੇ ਸਾਡੇ ਮਿੱਤਰ, ਔਰ ਉਹ ਵੀ ਹੁਣ ਜਾ ਕੇ ਉੱਥੇ ਦਿੱਲੀ ਪਲੀਡ ਕਰਕੇ ਆਏ ਨੇ ਕੇਸ। ਖੈਰ ਫਾਈਨਲੀ ਹੁਣ ਉਹ ਬਿਸ਼ਨੋਈ ਨੂੰ ਲੈ ਆਏ ਨੇ, ਉਹ ਪੰਜਾਬ ਪੁਲਿਸ ਦੀ ਹਿਰਾਸਤ ਦੇ ਵਿੱਚ ਹੈ। ਹੁਣ ਕੀ ਹੋਵੇਗਾ? ਲੇਕਿਨ ਜਿਉਂ-ਜਿਉਂ ਦੇਰ ਹੋ ਰਹੀ ਹੈ ਤਿਉਂ-ਤਿਉਂ ਪੰਜਾਬ ਦੇ ਲੋਕ ਉਤਸੁਕਤ ਹੋ ਰਹੇ ਨੇ ਔਰ ਲੋਕਾਂ ਦੇ ਮਨਾਂ ਦੇ ਵਿੱਚ ਰੰਜਿਸ਼ ਵੱਧ ਰਹੀ ਆ। ਕਬੱਡੀ ਦੇ ਪਲੇਅਰ ਦੇ ਅੱਗੇ ਹਾਲੇ ਤੱਕ ਕੋਈ ਬਟਵੰਨ ਨਹੀਂ ਲੱਗ ਸਕੀ। ਉਹ ਜਿਹੜਾ ਕਤਲ ਦਾ ਕੇਸ ਸੀ ਉਸ ਦੇ ਵਿੱਚ ਕਿਸੇ ਨੂੰ ਸਜ਼ਾਵਾਂ ਨਾ ਮਿਲਣੀਆਂ, ਜਸਟਿਸ ਡਿਲੇਡ ਇਜ਼ ਜਸਟਿਸ ਡਿਨਾਈਡ। ਉਹਨਾਂ ਦੇ ਮਾਤਾ ਪਿਤਾ ਮੂਸੇਵਾਲੇ ਦੇ ਇੰਤਜ਼ਾਰ ਕਰ ਰਹੇ ਹਨ। ਉਹਨਾਂ ਨੇ ਬੜੀ ਰੀਜ਼ਨੇਬਲ ਗੱਲ ਕੀਤੀ ਸੀ ਕਿ ਅਸੀਂ ਇਹਨਾਂ ਨੂੰ ਸਮਾਂ ਦੇਣਾ ਚਾਹੁੰਦੇ ਹਾਂ, ਪਰ ਸਮਾਂ ਕਿੰਨਾ ਕੁ ਦਿੱਤਾ ਜਾ ਸਕਦਾ ਹੈ? ਇਹ 29 ਤਰੀਕ ਤੋਂ ਬਾਅਦ 29 ਮਈ ਤੋਂ ਬਾਅਦ ਇਸ ਕਤਲ ਤੋਂ ਪਿੱਛੋਂ ਸਮਾਂ ਕਾਫੀ ਗੁਜ਼ਰ ਗਿਆ ਹੈ। ਸਾਡੇ ਇਨਵੈਸਟੀਗੇਟਿਵ ਜਰਨਲਿਸਟ ਨੇ ਰਤੇਸ਼ ਲੱਕੀ ਜੀ ਅੱਜ ਉਹ ਇੱਕ ਵਿਸ਼ੇਸ਼ ਰਿਪੋਰਟ ਇਹਦੇ ਬਾਰੇ ਪੇਸ਼ ਕਰਨਗੇ ਕਿ ਤਿਹਾੜ ਜੇਲ੍ਹ ਦੇ ਵਿੱਚੋਂ ਦਿੱਲੀ ਤੋਂ ਅਦਾਲਤ ਦੇ ਹੁਕਮ ਦੇ ਨਾਲ ਪੰਜਾਬ ਪੁਲਿਸ ਦਾ ਬਿਸ਼ਨੋਈ ਨੂੰ ਗ੍ਰਿਫਤਾਰ ਕਰਕੇ ਪੰਜਾਬ ਲੈ ਆਉਣਾ, ਫਿਰ ਉਸ ਤੋਂ ਬਾਅਦ ਹੁਣ ਉਹਨੂੰ ਕਿਤੇ ਹੋਰ ਲੈ ਜਾਣਾ, ਇਹ ਕਿਸ ਚੀਜ਼ ਦਾ ਪ੍ਰਤੀਕ ਹੈ? ਯਕੀਨ ਕਰਨਾ ਕਿ ਹਾਲੇ ਪੰਜਾਬ ਦੇ ਵਿੱਚ ਕਾਫੀ ਲੋਕ ਨੇ ਜਿਹੜੇ ਉਹ ਇਸ ਪੀੜ ਨੂੰ ਮਹਿਸੂਸ ਕਰਦੇ ਰਹੇ ਨੇ ਕਿ ਕਿਵੇਂ ਇਨੋਸੈਂਟ ਮੁੰਡਿਆਂ ਦੇ ਐਨਕਾਊਂਟਰ ਕਰਾ ਦਿੱਤੇ ਗਏ ਔਰ ਉਹਨਾਂ ਦੇ ਵਿੱਚੋਂ ਕਈ ਲੋਕ ਕਹਿ ਰਹੇ ਨੇ ਕਿ ਇਹੋ ਜਿਹੇ ਕ੍ਰਿਮੀਨਲਸ ਦਾ ਐਨਕਾਊਂਟਰ ਕਰ ਦੇਣਾ ਚਾਹੀਦਾ। UP ਦੇ ਵਿੱਚ ਕੀਤਾ ਪੁਲਿਸ ਨੇ ਇਹੋ ਜਿਹਾ ਐਨਕਾਊਂਟਰ ਔਰ ਲੋਕ ਸੰਤੁਸ਼ਟ ਹੋਏ ਨੇ, ਐਡਮਿਨਿਸਟ੍ਰੇਸ਼ਨ ਚੁੱਪ ਰਹੀ ਹੈ। ਹੁਣ ਇਸ ਕਿਸਮ ਦੀਆਂ ਗੱਲਾਂ ਚੱਲ ਰਹੀਆਂ ਨੇ। ਆਪਾਂ ਰਤੀਸ਼ ਲੱਕੀ ਜੀ ਨਾਲ ਗੱਲਬਾਤ ਕਰਦੇ ਹਾਂ ਕਿ ਉਹ ਕੀ ਦੱਸਦੇ ਨੇ, ਲੇਟੈਸਟ ਰਿਪੋਰਟਸ ਕੀ ਆ ਰਹੀਆਂ ਹਨ। ਰਤੇਸ਼ ਜੀ ਆਇਆਂ ਨੂੰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ 'ਚ। ਵੈਲਕਮ। ਬਹੁਤ ਬਹੁਤ ਧੰਨਵਾਦ ਸਿੰਘ ਸਾਹਿਬ। ਸਤਿ ਸ਼੍ਰੀ ਅਕਾਲ ਜੀ ਸਾਰੇ ਸਰੋਤਿਆਂ ਨੂੰ ਵੀ, ਸਾਰੇ ਦਰਸ਼ਕਾਂ ਨੂੰ ਰੈਡ FM ਦੇ। ਰਤੇਸ਼ ਵੀਰ ਜੀ, ਕੀ ਹੋ ਰਿਹਾ ਹੁਣ ਜਦੋਂ ਲਾਰੈਂਸ ਬਿਸ਼ਨੋਈ ਨੂੰ ਲੈ ਕੇ ਆ ਗਈ ਪੰਜਾਬ ਦੀ ਪੁਲਿਸ? ਇਸ ਤੋਂ ਬਾਅਦ ਕੀ ਹੋਣ ਵਾਲਾ? ਇਹ ਮਸਲਾ ਹੱਲ ਹੋ ਜਾਏਗਾ? ਦੇਖੋ ਜੀ, ਮਸਲਾ ਤਾਂ ਥੋੜਾ ਵੱਡਾ ਹੈ, ਗੰਭੀਰ ਹੈ। ਗੈਂਗਸਟਰਵਾਦ ਦਾ ਜਿਹੜਾ ਪੂਰਾ ਦਾ ਪੂਰਾ ਇੱਕ ਸਿਸਟਮ ਹੈ, ਲੇਕਿਨ ਇੰਨੀ ਤਸੱਲੀ ਜ਼ਰੂਰ ਹੈ ਕਿ ਲਾਰੈਂਸ ਬਿਸ਼ਨੋਈ ਨੂੰ ਪੁਲਿਸ ਰਿਮਾਂਡ ਤੇ ਲੈ ਕੇ ਆਉਣਾ ਤੇ ਕਈ ਸਾਲਾਂ ਬਾਅਦ ਲਾਰੈਂਸ ਬਿਸ਼ਨੋਈ ਦੀ ਪੁਲਿਸ ਰਿਮਾਂਡ ਪੰਜਾਬ ਪੁਲਿਸ ਹਾਸਲ ਕਰ ਪਾਈ ਹੈ। ਕਿਉਂਕਿ ਲਾਰੈਂਸ ਬਿਸ਼ਨੋਈ ਨੇ ਹਾਈ ਕੋਰਟ ਤੱਕ ਜਾਂ ਸੁਪਰੀਮ ਕੋਰਟ ਤੱਕ ਲੜਾਈਆਂ ਲੜੀਆਂ। ਕਿਸੇ ਨਾ ਕਿਸੇ ਤਰੀਕੇ ਨਾਲ ਚੰਡੀਗੜ੍ਹ, ਪੰਜਾਬ ਤੇ ਹਰਿਆਣਾ ਪੁਲਿਸ ਦੀ ਜਿਹੜੀ ਕਸਟਡੀ ਹੁੰਦੀ ਹੈ, ਜਿਹਨੂੰ ਆਪਾਂ ਪੁਲਿਸ ਰਿਮਾਂਡ ਕਹਿੰਦੇ ਨੇ, ਉਸ ਵਿੱਚ ਆਉਣ ਤੋਂ ਬਚਦਾ ਰਿਹਾ ਕਾਨੂੰਨੀ ਘੂੰਡੀਆਂ ਦੀ ਵਰਤੋਂ ਕਰਕੇ। ਲੇਕਿਨ ਕੱਲ੍ਹ ਜਦੋਂ ਦਿੱਲੀ ਦੀ ਅਦਾਲਤ ਦੇ ਵਿੱਚ ਰਿਮਾਂਡ ਖਤਮ ਹੋਇਆ, 14 ਦਿਨ ਦਾ ਰਿਮਾਂਡ ਰਿਹਾ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ। ਪੰਜਾਬ ਪੁਲਿਸ ਦੀ ਇੱਕ ਬਹੁਤ ਵੱਡੀ ਟੀਮ ਜੋ ਕਿ ਐਂਟੀਸੀਪੇਟ ਕਰਦੀ ਸੀ ਵੀ ਕੀ ਕੁਛ ਹੋ ਸਕਦਾ ਹੈ, ਉਹਨਾਂ ਨੇ ਪੂਰੀ ਦੀ ਪੂਰੀ ਸੁਰੱਖਿਆ ਬੰਦੋਬਸਤਾਂ, ਬੁਲਟ ਪ੍ਰੂਫ ਗੱਡੀਆਂ, ਤਕਰੀਬਨ 54 ਦੇ ਆਸ-ਪਾਸ ਜਿਹੜੇ ਗਨਮੈਨ ਜਾਂ ਪੁਲਿਸ ਦੇ ਅਫਸਰ ਮੁਲਾਜ਼ਮ ਸਨ, ਉਹਨਾਂ ਦੇ ਸਮੇਤ ਜਾ ਕੇ ਹਾਈ ਕੋਰਟ, ਜਿਹੜਾ ਕੋਰਟ ਸੰਬੰਧਿਤ ਕੋਰਟ ਹੈ ਮੈਟਰੋਪੋਲੀਟਨ ਕੋਰਟ, ਉੱਥੇ ਆਪਣਾ ਡੇਰਾ ਲਾ ਲਿਆ ਤੇ ਅਦਾਲਤ ਦੇ ਸਾਹਮਣੇ ਤੱਥ ਪੇਸ਼ ਕੀਤੇ, ਫੈਕਟਸ ਰੱਖੇ, ਸਿੱਧੂ ਮੂਸੇਵਾਲਾ ਦੀ ਜਿਹੜੀ ਕਤਲ ਨੂੰ ਲੈ ਕੇ ਸਾਰੀ ਜਾਣਕਾਰੀ ਰੱਖੀ। ਜਿਸ ਤੋਂ ਬਾਅਦ ਕਿ ਥੋੜ੍ਹਾ ਜਿਹਾ ਲਾਰੈਂਸ ਬਿਸ਼ਨੋਈ ਦੇ ਜਿਹੜੇ ਵਕੀਲ ਸੀ ਉਹ ਸ਼ਾਇਦ ਇਸ ਚੀਜ਼ ਦੀ ਆਸ ਕਰ ਨਹੀਂ ਰਹੇ ਸੀ ਕਿ ਪੰਜਾਬ ਪੁਲਿਸ ਜਾਂ ਪੰਜਾਬ ਸਰਕਾਰ ਦਾ ਪੱਖ ਐਡਾ ਤਿਆਰ ਹੋ ਕੇ ਆਏਗਾ। ਤੱਥਾਂ ਦੇ ਨਾਲ ਲੈਸ ਸੀ, ਫੈਕਟ ਲੈਸ ਸੀ। ਐਡਵੋਕੇਟ ਜਨਰਲ ਖੁਦ ਉੱਥੇ ਪਹੁੰਚੇ ਅਦਾਲਤ ਦੇ ਵਿੱਚ, ਖੁਦ ਉਹਨਾਂ ਨੇ ਜਾ ਕੇ ਅਦਾਲਤ ਦੇ ਵਿੱਚ ਕਨਵਿੰਸ ਕਰਾਇਆ, ਕਿਉਂਕਿ ਸਭ ਨੂੰ ਇਹ ਲੱਗ ਰਿਹਾ ਸੀ ਕਿ ਸ਼ਾਇਦ ਲਾਰੈਂਸ ਬਿਸ਼ਨੋਈ ਉਤਲੀ ਅਦਾਲਤ ਵਿੱਚ ਜਾਏਗਾ, ਕਿਉਂਕਿ ਪਹਿਲਾਂ ਵੀ ਉਸਨੇ ਹਾਈ ਕੋਰਟ ਦਾ ਰੁਖ ਕਿਹਾ ਸੀ, ਸੁਪਰੀਮ ਕੋਰਟ ਵੀ ਭੱਜ ਸਕਦਾ ਸੀ। ਲੇਕਿਨ ਮੈਟਰੋਪੋਲੀਟਨ ਜਿਹੜਾ ਜੱਜ ਸਾਹਿਬ ਸਨ ਦਿੱਲੀ ਦੇ, ਉਹਨਾਂ ਕੋਲ ਕੋਈ ਜ਼ਿਆਦਾ ਆਪਸ਼ਨ ਬਚਦੀ ਨਹੀਂ ਸੀ ਐਸੇ ਕਤਲਕਾਂਡ ਦੇ ਵਿੱਚ। ਬੇਸ਼ੱਕ ਇੱਕ ਸੁਪਰੀਮ ਕੋਰਟ ਦਾ ਫੈਸਲਾ ਹੈ ਜਿਸ ਵਿੱਚ ਕਿ ਚੰਡੀਗੜ੍ਹ ਤੇ ਹਰਿਆਣੇ ਪੁਲਿਸ ਕੋਲ ਰੋਕ ਲਾਈ ਹੋਈ ਹੈ ਸੁਪਰੀਮ ਕੋਰਟ ਨੇ ਵੀ ਲਾਰੈਂਸ ਬਿਸ਼ਨੋਈ ਨੂੰ ਉੱਥੇ ਨਾ ਲਿਜਾਇਆ ਜਾਵੇ, ਜੋ ਪੁੱਛਗਿੱਛ ਕਰਨੀ ਹੈ ਜੇਲ੍ਹ ਦੇ ਵਿੱਚ ਆ ਕੇ ਦਿੱਲੀ ਦੇ ਵਿੱਚ ਕੀਤੀ ਜਾਏ।
ਲੇਕਿਨ ਪੰਜਾਬ ਦੇ ਸੰਬੰਧ ਵਿੱਚ ਇਹੋ ਜਿਹੀ ਕੋਈ ਬਾਰ ਨਹੀਂ ਸੀ। ਸੋ ਉਹ ਜਿਹੜਾ ਇੱਕ ਟੈਕਨੀਕਲ ਫਾਇਦਾ, ਲੀਗਲ ਜਿਹੜਾ ਨੁਕਤਾ ਸੀ, ਉਸਨੂੰ ਤਰੀਕੇ ਨਾਲ ਬਾਖੂਬੀ ਵਰਤਿਆ ਗਿਆ ਤੇ ਆਖਰੀ ਮੋਮੈਂਟ ਤੇ ਜਾ ਕੇ ਇਸਨੂੰ ਤਰੀਕੇ ਦਾ ਇੱਕ ਲੀਗਲ ਐਂਬੂਸ਼ ਹੀ ਕਿਹਾ ਜਾ ਸਕਦਾ, ਜਿਸ ਤੋਂ ਬਾਅਦ ਕਿ ਲਾਰੈਂਸ ਬਿਸ਼ਨੋਈ ਦੇ ਵਕੀਲ ਜ਼ਿਆਦਾ ਕੁਝ ਕਰ ਨਹੀਂ ਪਾਏ। ਸੰਬੰਧਿਤ ਜੱਜ ਸਾਹਿਬਾਨ ਨੂੰ ਪੁਲਿਸ ਕਸਟਡੀ ਦੇਣੀ ਪਈ ਤੇ ਫਿਰ ਉਸ ਤੋਂ ਬਾਅਦ ਜੋ ਕੁਝ ਹੋਇਆ ਤੁਸੀਂ ਵੇਖ ਹੀ ਰਹੇ ਹੋ। 7 ਦਿਨ ਦੀ ਪੁਲਿਸ ਰਿਮਾਂਡ ਦੇ ਵਿੱਚ ਮਾਨਸਾ ਦੀ ਅਦਾਲਤ ਨੇ ਵੀ ਉਹਨਾਂ ਨੂੰ ਭੇਜਤਾ ਤੇ ਹੁਣ ਮੋਹਾਲੀ ਦੇ ਵਿੱਚ ਉਹਨਾਂ ਕੋਲ ਪੁੱਛਗਿੱਛ ਜਿਹੜੀ ਹੈ ਚੱਲਦੀ ਪਈ ਹੈ ਪੁਲਿਸ ਕਸਟਡੀ ਦੇ ਵਿੱਚ। ਹੁਣ ਮੈਂ ਸੁਣਿਆ ਕਿ ਉੱਥੋਂ ਵੀ ਮੋਹਾਲੀ ਤੋਂ ਕਿਸੇ ਅਣਦੱਸੀ ਥਾਂ ਤੇ ਲੈ ਗਏ ਨੇ। ਹਾਂਜੀ, ਬਿਕੋਜ਼ ਦੇਖੋ ਜੀ, ਮੀਡੀਆ ਬਹੁਤ ਜ਼ਿਆਦਾ ਫਰੈਂਟਿਕ ਹੈ ਥੋੜਾ ਜਿਹਾ। ਹਰ ਚੱਪੇ ਦੇ ਉੱਤੇ ਮੀਡੀਆ ਦੀ ਕੋਸ਼ਿਸ਼ਾਂ ਹੈਗੀਆਂ ਨੇ ਕਿ ਲਾਰੈਂਸ ਬਿਸ਼ਨੋਈ ਦੀ ਤਸਵੀਰਾਂ ਦਿਖਾਈਆਂ ਜਾਣ। TRP ਦਾ ਫੈਕਟਰ ਰਹਿੰਦਾ ਹੈ, ਰੌਲਾ ਰੱਪਾ ਜ਼ਿਆਦਾ ਹੈ, ਤੱਥ ਘੱਟ ਨਿਕਲ ਕੇ ਆ ਰਹੇ ਨੇ। ਪੁਲਿਸ ਆਪਣੀ ਜਾਂਚ ਏਦਾਂ ਸ਼ਾਇਦ ਵੀ ਨਹੀਂ ਕਰੇਗੀ, ਲੇਕਿਨ ਲੋਕਾਂ ਨੂੰ ਹੈ ਕਿ ਲਾਰੈਂਸ ਬਿਸ਼ਨੋਈ ਜਾਂ ਇਸ ਕੇਸ ਦੇ ਨਾਲ, ਸਿੱਧੂ ਮੂਸੇਵਾਲਾ ਹੱਤਿਆਕਾਂਡ ਦੇ ਨਾਲ, ਕਿਉਂਕਿ ਬਹੁਤ ਨੇੜਤਾ ਦੇ ਨਾਲ, ਬਹੁਤ ਕਰੀਬ ਤੋਂ ਲੋਕ ਫੋਲੋ ਕਰ ਰਹੇ ਨੇ। ਸੋ ਹਰ ਮਿੰਟ ਦੀ ਜਾਣਕਾਰੀ ਸਾਰੇ ਚਾਹੁੰਦੇ ਨੇ। ਸੋ ਮੀਡੀਆ ਥੋੜਾ ਹਾਈਪਰ ਐਕਟਿਵ ਹੈ ਤੇ ਅਜਿਹੇ ਮਾਹੌਲ ਦੇ ਵਿੱਚ ਪੁਲਿਸ ਅਫਸਰ ਆਪਣੀ ਪੁੱਛਗਿੱਛ ਕਰਨ, ਕਿਉਂਕਿ ਅਜੇ ਤੱਕ ਉਹ ਹਥਿਆਰ ਬਰਾਮਦ ਨਹੀਂ ਹੋਏ, ਸ਼ੂਟਰਾਂ ਦਾ ਅਜੇ ਤੱਕ ਕੋਈ ਵੀ ਸੁਰਾਗ ਤੱਕ ਨਹੀਂ ਹੈ। ਸੋ ਉਹ ਜਾਂਚ ਪੜਤਾਲ ਨੂੰ ਥੋੜੇ ਜਿਹੇ ਸ਼ਾਂਤੀ ਦੇ ਵਿੱਚ ਕੀਤਾ ਜਾਏ। ਸੋ ਇਟ ਇਜ਼ ਇਨ ਦਾ ਇੰਟਰਸਟ ਕਿ ਉਸਨੂੰ ਇੱਕ ਅਨਡਿਸਕਲੋਜ਼ ਲੋਕੇਸ਼ਨ ਤੇ ਲਿਜਾ ਕੇ ਹੀ ਪੁੱਛਗਿੱਛ ਹੋ ਰਹੀ ਹੈ। ਹਾਲਾਂਕਿ ਇਸਦਾ ਵੇਰਵਾ ਕੋਈ ਕਲੀਅਰ ਨਹੀਂ ਹੈ ਕਿ ਉਹ ਕਿੱਥੇ ਇਸ ਵਕਤ ਹੈਗੇ ਨੇ। ਪੰਜਾਬ ਦੇ ਲੋਕ ਜਿਹੜੇ ਪੰਜਾਬ 'ਚ ਰਹਿੰਦੇ ਨੇ, ਪੰਜਾਬ ਤੋਂ ਬਾਹਰ ਬੈਠੇ ਲੋਕ ਵੀ ਇਸ ਗੱਲ ਤੋਂ ਬਹੁਤ ਚਿੰਤਤ ਨੇ ਕਿ ਜੋ ਕੁਛ ਪੰਜਾਬ 'ਚ ਹੋ ਰਿਹਾ, ਤੇ ਕਈ ਤਾਂ ਲੋਕ ਗਰੀਫ ਸਟ੍ਰਿਕਨ ਨੇ, ਬਲੀਵ ਮੀ, ਮੂਸੇਵਾਲਾ ਦੀ ਮੌਤ ਤੋਂ ਬਾਅਦ। ਹੁਣ ਹਾਲੇ ਤੱਕ ਕੋਈ ਵੈਪਨ ਨਾ ਲੱਭ ਸਕਣਾ, ਹਾਲੇ ਤੱਕ ਕੋਈ ਜਿਹੜਾ ਐਕਚੁਅਲੀ ਜਿਹਨੇ ਗੋਲੀ ਚਲਾਈ ਹੈ ਉਸ ਵਿਅਕਤੀ ਦੀ ਗ੍ਰਿਫਤਾਰੀ ਨਾ ਹੋ ਸਕਣੀ, ਇਹ ਲੋਕਾਂ ਨੂੰ ਬੌਦਰ ਕਰ ਰਹੀ ਹੈ ਕਾਫੀ। ਸੋ ਤੁਹਾਨੂੰ ਲੱਗਦਾ ਕਿ ਕਿਉਂਕਿ ਖਲਾਰਾ ਬਹੁਤ ਪੈ ਗਿਆ, ਬੰਦੇ ਬਹੁਤ ਇਨਵੋਲਵ ਨੇ ਵਿੱਚ, 1 2 3 ਬੰਦੇ ਹੈ ਨਹੀਂ, ਸੋ ਕਈ ਸੂਬੇ ਇਨਵੋਲਵ ਨੇ, ਕਈ ਸੂਬਿਆਂ ਦੀ ਪੁਲਿਸ ਇਨਵੋਲਵ ਹੋ ਗਈ ਆ, ਕਿ ਇਹ ਇੱਕ ਝੋਲਾ ਤਾਂ ਨਹੀਂ ਪੈ ਜਾਏਗਾ ਇਸ ਦੇ ਵਿੱਚ? ਤੁਹਾਡਾ ਕੀ ਖਿਆਲ ਹੈ ਇਸ ਬਾਰੇ? ਤੁਸੀਂ ਇਹੋ ਜਿਹੇ ਕੇਸਿਸ ਦੇਖੇ ਨੇ ਪਹਿਲਾਂ ਵੀ, ਗੈਂਗਸਟਰਸ ਜਿਹੜੇ ਨੇ ਪੰਜਾਬ ਦੇ, ਉਹ ਕਿਸ ਤਰੀਕੇ ਨਾਲ ਉਹਨਾਂ ਨਾਲ ਡੀਲ ਕੀਤਾ ਗਿਆ? ਤੁਹਾਨੂੰ ਕਿਵੇਂ ਲੱਗਦਾ ਇਹ ਕੇਸ ਕਿਵੇਂ ਵੱਖਰਾ ਹੈ? ਦੇਖੋ ਜੀ, ਵੱਖਰਾ ਇਸ ਵਾਸਤੇ ਵੀ ਹੈ ਕਿਉਂਕਿ ਇਹ ਜਿਸ ਵੱਡੇ ਪੱਧਰ ਦੇ ਉੱਤੇ ਕਤਲਕਾਂਡ ਹੋਇਆ ਸਿੱਧੂ ਮੂਸੇਵਾਲੇ ਦਾ, ਪੂਰੀ ਦੁਨੀਆ ਭਰ ਦੇ ਵਿੱਚ ਇਸ ਗੱਲਬਾਤ ਨੂੰ ਲੈ ਕੇ ਰੋਸ ਹੈ। ਜੇ ਆਪਾਂ ਹਿੰਦੁਸਤਾਨ ਜਾਂ ਭਾਰਤ ਦੇ ਵਿੱਚ ਕਿਸੇ ਵੱਡੇ ਉੱਘੇ ਕਲਾਕਾਰ ਜਾਂ ਫਨਕਾਰ ਦੀ ਹੱਤਿਆ ਦੇ ਵਜੋਂ ਵੀ ਵੇਖੀਏ ਤਾਂ ਸ਼ਾਇਦ ਮੈਨੂੰ ਲੱਗਦਾ ਪਿਛਲੇ ਕਈ ਸਾਲਾਂ ਤੇ ਦਹਾਕਿਆਂ ਦੇ ਵਿੱਚ ਇਸ ਤੋਂ ਜ਼ਿਆਦਾ ਮਾੜਾ ਕਤਲਕਾਂਡ ਜਾਂ ਹੱਤਿਆਕਾਂਡ ਨਹੀਂ ਵੇਖਿਆ ਗਿਆ। ਤੇ ਸਿੱਧੂ ਮੂਸੇਵਾਲਾ ਉਹਨਾਂ ਦੀ ਹੱਤਿਆ ਤੋਂ ਬਾਅਦ ਜੋ ਉਹਨਾਂ ਨੂੰ ਪਿਆਰ ਮਿਲਿਆ, ਜਾਂ ਕਹਿ ਲਈਏ ਵੀ ਦੁਨੀਆ ਨੇ ਉਹਨਾਂ ਨੂੰ ਡਿਸਕਵਰ ਕੀਤਾ, ਕੌਮਾਂਤਰੀ ਪੱਧਰ ਦੇ ਉੱਤੇ ਵੀ ਤੇ ਭਾਰਤ ਦੇ ਕੌਮੀ ਪੱਧਰ ਉੱਤੇ ਵੀ। ਉਸ ਤੋਂ ਬਾਅਦ ਸ਼ਾਇਦ ਸਾਡੀ ਨੈਸ਼ਨਲ ਕੌਨਸ਼ੀਅਸਨੈਸ ਦੇ ਵਿੱਚ ਇਹ ਗੱਲ ਹੈ ਕਿ ਸਿੱਧੂ ਮੂਸੇਵਾਲਾ ਕੌਣ ਸਨ। ਤੇ ਸਰਕਾਰਾਂ ਉੱਤੇ ਵੀ ਦਬਾਅ ਪਿਆ ਕਿਉਂਕਿ ਇੰਟਰਨੈਸ਼ਨਲ ਪ੍ਰੈਸ਼ਰ ਵੀ ਵਧਿਆ ਕਿ ਆਹ ਕੀ ਕੁਝ ਹੋ ਰਿਹਾ ਪੰਜਾਬ 'ਚ, ਹਿੰਦੁਸਤਾਨ ਦੇ ਵਿੱਚ। ਤੇ ਇਸ ਚੀਜ਼ ਦਾ ਸ਼ਾਇਦ ਅੰਦਾਜ਼ਾ ਹਮਲਾਵਰਾਂ ਨੂੰ ਵੀ ਨਹੀਂ ਸੀ, ਜਿਹੜੇ ਲੋਕਾਂ ਨੇ ਇਹਨਾਂ ਨੂੰ ਨਿਸ਼ਾਨਾ ਬਣਾਇਆ, ਚਾਹੇ ਉਹ ਇਹ ਗੈਂਗਸਟਰ ਜਾਂ ਇਹਨਾਂ ਦੇ ਪਿੱਛੇ ਦੀਆਂ ਕੋਈ ਹੋਰ ਵੱਡੀਆਂ ਤਾਕਤਾਂ ਰਹੀਆਂ ਹੋ ਸਕਦੇ ਨੇ, ਕਿਉਂਕਿ ਸਾਰੀ ਚੀਜ਼ਾਂ ਜੇ ਇਨਵੈਸਟੀਗੇਸ਼ਨ ਹੈ। ਹਜੇ ਵੀ ਮੰਨ ਲੈਣਾ ਕਿ ਲਾਰੈਂਸ ਬਿਸ਼ਨੋਈ ਜਾਂ ਗੋਲਡੀ ਬਰਾੜ ਮਾਸਟਰਮਾਈਂਡ ਨੇ ਤੇ ਇਹਨਾਂ ਤੋਂ ਕਿਸੇ ਨੇ ਕੰਮ ਨਹੀਂ ਕਰਾਇਆ ਹੋਏਗਾ, ਇਹ ਵੀ ਮੈਨੂੰ ਲੱਗਦਾ ਥੋੜਾ ਪ੍ਰੀਮੈਚੁਰ ਹੋਏਗਾ, ਕਿਉਂਕਿ ਪੋਸੀਬਲ ਹੈ ਕਿ ਇਹਦੇ ਪਿੱਛੇ ਕੋਈ ਹੋਰ ਜਿਹੜੀਆਂ ਵੱਡੀਆਂ ਸ਼ਕਤੀਆਂ ਕੰਮ ਕੀਤੀਆਂ ਹੋਣ, ਬਿਜ਼ਨਸ ਰਾਈਵਲਰੀ ਪੱਖੋਂ ਜਾਂ ਕੋਈ ਵੀ ਸ਼ਕਤੀ ਹੋ ਸਕਦੀ ਹੈ। ਗੈਂਗਸਟਰ ਤਾਂ ਜੀ ਚਿਹਰਾ ਹੁੰਦੇ ਨੇ। ਲਾਰੈਂਸ ਬਿਸ਼ਨੋਈ ਫੋਰ ਇੰਸਟੈਂਸ, ਆਪਾਂ ਵੇਖਿਆ ਕਿ ਲਾਰੈਂਸ ਬਿਸ਼ਨੋਈ ਦੇ ਉੱਤੇ ਬਹੁਤ ਤਵੱਜੋ ਹੈ, ਮੀਡੀਆ ਦਾ ਪੂਰਾ ਫੋਕਸ ਹੈ, ਲੇਕਿਨ ਮੈਂ ਇਸ ਪੂਰੇ ਦੇ ਪੂਰੇ ਮੀਡੀਆ ਫੋਕਸ ਨੂੰ ਟੋਟਲੀ ਡੀਫੋਕਸ ਮੰਨਦਾ। ਮੈਂ ਇਸ ਨੂੰ ਸਮਝਦਾ ਵੀ ਆਪਾਂ ਜਿਸ ਪਾਸੇ ਤਵੱਜੋ ਦਿੱਤੀ ਜਾਣੀ ਚਾਹੀਦੀ ਉਸ ਪਾਸੇ ਤਵੱਜੋ ਨਹੀਂ ਹੈ, ਕਿਉਂਕਿ ਲਾਰੈਂਸ ਬਿਸ਼ਨੋਈ ਜੇਲ੍ਹ ਦੇ ਵਿੱਚ ਬੈਠਾ ਹੈ। ਉਹਨੇ ਜੇਲ੍ਹ ਦੇ ਵਿੱਚ ਬੈਠ ਕੇ ਅਸੀਂ ਜਿੰਨੀ ਮਰਜ਼ੀ ਉਸਦੀ ਰਿਮਾਂਡ ਲੈ ਲਈਏ, ਜਿੰਨੀ ਮਰਜ਼ੀ ਇਹ ਬੇਸਿਕਲੀ ਆਪਾਂ ਜੇ ਦੇਖਿਆ ਜਾਵੇ ਤਾਂ ਪੰਜਾਬ ਪੁਲਿਸ ਆਪਣੀ ਭੜਾਸ ਕੱਢ ਰਹੀ ਹੈ, ਜਾਂ ਕੋਈ ਵੀ ਸੰਬੰਧਿਤ ਪੁਲਿਸ ਜਿਹਨੂੰ 23-3 ਸਾਲਾਂ ਤੋਂ ਲਾਰੈਂਸ ਬਿਸ਼ਨੋਈ ਦੀ ਰਿਮਾਂਡ ਨਹੀਂ ਮਿਲ ਪਾਈ, ਉਹ ਲੋਕ ਆਪਣੀ ਭੜਾਸ ਕੱਢ ਰਹੇ ਨੇ। ਜਿੰਨੀ ਵੀ ਜਾਣਕਾਰੀ ਲਾਰੈਂਸ ਬਿਸ਼ਨੋਈ ਕੋਲ ਹੈ ਉਹ ਬਹੁਤ ਸੀਮਿਤ ਹੈ, ਕਿਉਂਕਿ ਉਸਦੇ ਜਿਹੜੇ ਬਾਹਰ ਬੈਠੇ ਹੈਂਡਲਰ ਗੋਲਡੀ ਬਰਾੜ ਵਰਗੇ ਨੇ, ਉਹਨਾਂ ਨੇ ਇਹ ਚੀਜ਼ਾਂ ਨੂੰ ਲੈ ਕੇ ਇਹ ਲੋਕਾਂ ਨੂੰ ਵੀ ਜਾਣਕਾਰੀ ਨਹੀਂ ਦਿੱਤੀ, ਕਿਉਂਕਿ ਇਹ ਚੀਜ਼ ਸਭ ਨੂੰ ਪਤਾ ਸੀ ਵੀ ਹਮਲਾ ਹੋਏਗਾ, ਜ਼ਿੰਮੇਵਾਰੀ ਉਹ ਖੁਦ ਲੈਣਗੇ ਤੇ ਜ਼ਿੰਮੇਵਾਰੀ ਲੈਂਦਿਆਂ ਹੀ ਇਹ ਲੋਕਾਂ ਨੂੰ ਪੁਲਿਸ ਕਸਟਡੀ ਦੇ ਵਿੱਚ ਸਖਤੀ ਦੇ ਨਾਲ ਪੁੱਛਗਿੱਛ ਹੋਏਗੀ। ਅੱਛਾ, ਇਹ ਗੋਲਡੀ ਬਰਾੜ ਨੂੰ ਐਕਸਟ੍ਰਾਡਾਈਟ ਕਰਨ ਲਈ ਕੀ ਲੇਟੈਸਟ ਕੀ ਜਿਹੜੀ ਐਫਰਟਸ ਹੋ ਰਹੀਆਂ ਨੇ? ਦੇਖੋ, ਰੈੱਡ ਕਾਰਨਰ ਨੋਟਿਸ ਜਾਰੀ ਹੋ ਗਏ ਸੀ 3 ਦਿਨ ਪਹਿਲਾਂ, ਹੁਣ ਤਾਲਮੇਲ ਹੋ ਰਿਹਾ ਹੈ, ਲੇਕਿਨ ਇਹ ਚੀਜ਼ਾਂ ਵੀ ਜਿਹੜੇ ਆਪਰੇਸ਼ਨਸ ਨੇ ਇਹਨਾਂ ਨੂੰ ਵੀ ਜਿਹੜੀ ਜਾਂਚ ਏਜੰਸੀਆਂ ਨੇ ਗੁਪਤ ਰੱਖਿਆ ਹੈ, ਕਿਉਂਕਿ ਮੇਰੀ ਵੀ ਕਈ ਅਫਸਰਾਂ ਦੇ ਨਾਲ ਗੱਲਬਾਤ ਹੋਈ ਹੈ ਤੇ ਕੁਝ ਜਾਣਕਾਰੀ ਜਿਹੜੀ ਉਹਨਾਂ ਨੇ ਦਿੱਤੀ ਵੀ ਹੈ ਅਸੀਂ ਉਹਨੂੰ ਸ਼ੇਅਰ ਨਹੀਂ ਕਰ ਸਕਦੇ, ਕਿਉਂਕਿ ਇਹ ਹੁੰਦਾ ਕਿ ਇਸ ਵਕਤ ਬਹੁਤ ਕ੍ਰਿਟੀਕਲ ਸਟੇਜਿਸ ਦੇ ਉੱਤੇ ਗੱਲਾਂ ਬਾਤਾਂ ਚੱਲ ਰਹੀਆਂ ਹੁੰਦੀਆਂ ਨੇ। ਸੋ ਪੋਸੀਬਲੀ ਹੁੰਦਾ ਕਿ ਵੀ ਇਹ ਚੀਜ਼ ਨੂੰ ਪਬਲਿਕ ਡੋਮੇਨ ਦੇ ਵਿੱਚ ਨਾ ਲਿਆਂਦਾ ਜਾਵੇ, ਆਪਰੇਸ਼ਨਲੀ ਤਿਆਰ ਹੋਣ ਦਾ ਮੌਕਾ ਨਾ ਦਿੱਤਾ ਜਾਵੇ।
ਸੋ ਆਪਣੇ ਲੈਵਲ ਦੇ ਉੱਤੇ ਉਹ ਡਿਪਲੋਮੈਟਿਕ ਐਫਰਟਸ ਵੀ ਭਾਰਤ ਸਰਕਾਰ ਵੱਲੋਂ ਵੀ ਕੋਸ਼ਿਸ਼ਾਂ ਨੇ। ਕੈਨੇਡਾ ਦੀ ਸਰਕਾਰ ਦੇ ਨਾਲ ਕੀ ਰਾਬਤਾ ਹੈ, ਜੇ ਉਹ ਕੈਨੇਡਾ ਵਿੱਚ ਹੈ ਜਾਂ ਆਸਟ੍ਰੇਲੀਆ ਉਹ ਅਮਰੀਕਾ ਟੱਪ ਚੁੱਕਾ ਹੈ, ਉਹਨੇ ਸਾਰੀ ਚੀਜ਼ਾਂ ਨੂੰ ਵੈਰੀਫਾਈ ਕਰਨ ਤੇ ਉਸਦੀ ਲੋਕੇਸ਼ਨ ਨੂੰ ਸਰਟੀਫਾਈ ਹੋਣ ਤੋਂ ਬਾਅਦ ਹੀ ਕੋਈ ਇਸ ਬਾਰੇ ਜਿਹੜੀ ਠੋਸ ਗੱਲਬਾਤ ਕਿਸੇ ਸਰਕਾਰ ਨਾਲ ਕੀਤੀ ਜਾ ਸਕੇ। ਲੇਕਿਨ ਸਰਟਨਲੀ ਕੈਨੇਡਾ ਸਰਕਾਰ ਦੇ ਨਾਲ ਇਨ ਟੱਚ ਹੈ ਤੇ ਇਸ ਮਾਮਲੇ ਦੀ ਗੰਭੀਰਤਾ ਨੂੰ ਵੇਖਦੇ ਹੋਏ ਮੈਨੂੰ ਲੱਗਦਾ ਕੈਨੇਡਾ ਸਰਕਾਰ ਵੀ ਬਹੁਤ ਸੀਰੀਅਸ ਹੋਏਗੀ ਇਸ ਬਾਰੇ। ਜਦੋਂ ਕਬੱਡੀ ਪਲੇਅਰ ਅੰਬੀਆਂ ਦਾ ਕਤਲ ਹੋਇਆ ਉਸ ਤੋਂ ਬਾਅਦ ਹੁਣ ਇਹ ਜਿਹੜਾ ਕਤਲ ਆ ਇਹਦੇ ਵੱਲ ਪੰਜਾਬ ਦੀ ਸਰਕਾਰ ਖਾਸ ਤੌਰ ਦੇ ਉੱਤੇ ਚੀਫ ਮਿਨਿਸਟਰ ਪੰਜਾਬ ਕਾਫੀ ਦਿਲਚਸਪੀ ਲੈ ਰਹੇ ਨੇ ਔਰ ਬਹੁਤ ਨੇੜੇ ਹੋ ਕੇ ਹੁਕਮ ਵੀ ਦੇ ਰਹੇ ਨੇ ਡਾਇਰੈਕਟਲੀ ਕਈ ਉਹ ਸੀਨੀਅਰ ਅਫਸਰਾਂ ਨੂੰ। ਸੋ ਜਿਹੜਾ ਆਪਾਂ ਗੱਲ ਕਰਦੇ ਸੀ ਕਿ ਪੀਸ ਆਰਡਰ ਐਂਡ ਗੁੱਡ ਗਵਰਨਮੈਂਟ, ਤੁਹਾਨੂੰ ਲੱਗਦਾ ਕਿ ਸਰਕਾਰ ਦੀ ਦਿਲਚਸਪੀ ਇਸ ਕਰਕੇ ਵੀ ਹੈ ਜੇ ਕੋਈ ਹੋਰ ਇਸ ਤਰ੍ਹਾਂ ਦਾ ਹਾਈ ਪ੍ਰੋਫਾਈਲ ਗੈਂਗਸਟਰ ਹਿੱਟ ਕਰ ਦਿੰਦੇ ਨੇ, ਇੱਕ ਦੋ ਹੋਰ ਕਤਲ ਇਹੋ ਜਿਹੇ ਕਰਵਾ ਦਿੰਦੇ ਨੇ, ਤਾਂ ਜਿਹੜਾ ਪੰਜਾਬ ਦੀ ਸਰਕਾਰ ਦਾ ਸੰਘਾਸਨ ਹਿੱਲ ਸਕਦਾ ਕਿਉਂਕਿ ਉਹ ਲਾਅ ਐਂਡ ਆਰਡਰ ਕਾਇਮ ਨਾ ਕਰ ਸਕੇ, ਪੀਸ ਐਂਡ ਆਰਡਰ ਨਾ ਰੱਖ ਸਕੇ, ਉਹਨਾਂ ਨੂੰ ਖਤਰਾ ਹੈ ਕਿ ਕਿਤੇ ਗਵਰਨਰੀ ਰਾਜ ਨਾ ਹੋ ਜਾਵੇ। ਨਹੀਂ, ਚਿੰਤਾ ਤਾਂ ਹੈਗੀ। ਦੇਖੋ ਸਰਕਾਰ ਦੇ ਮਨਾਂ ਦੇ ਵਿੱਚ ਕੋਈ ਗਵਰਨਰੀ ਰਾਜ ਦਾ ਹਾਲਾਂਕਿ ਕੋਈ ਆਧਾਰ ਨਹੀਂ ਹੈ, ਲੇਕਿਨ ਗੱਲਾਂ ਬਾਤਾਂ ਆਪਾਂ ਡੇ 1 ਤੋਂ ਸੁਣਦੇ ਆ ਰਹੇ ਹਾਂ ਕਿ ਪੰਜਾਬ ਦੇ ਵਿੱਚ ਕ੍ਰਾਈਮ ਦਾ ਗ੍ਰਾਫ ਵਧਿਆ ਹੈ, ਗਵਰਨਰ ਰੂਲ ਲੱਗ ਸਕਦਾ ਹੈ, ਰਾਸ਼ਟਰਪਤੀ ਸ਼ਾਸਨ ਲੱਗ ਸਕਦਾ। ਲੇਕਿਨ ਮੈਨੂੰ ਲੱਗਦਾ ਵੀ ਡੈਮੋਕ੍ਰੇਸੀ ਦੇ ਵਿੱਚ ਇਹ ਚੀਜ਼ਾਂ ਸੰਭਵ ਨਹੀਂ। ਹਾਂ, ਜੇ ਕੋਈ ਅਜਿਹੀਆਂ ਵਾਰਦਾਤਾਂ ਦਾ ਸਿਲਸਿਲਾ ਨਹੀਂ ਰੁਕਦਾ ਫਿਰ ਉਹ ਗੱਲਾਂ ਬਾਤਾਂ ਸੰਭਵ ਨੇ। ਲੇਕਿਨ ਅੱਜ ਜੇ ਤੁਸੀਂ ਧਿਆਨ ਦਿੱਤਾ ਹੋਵੇ ਤਾਂ ਅਰਵਿੰਦ ਕੇਜਰੀਵਾਲ ਉਹਨਾਂ ਦਾ ਇੱਕ ਜਿਹੜਾ ਸਮਾਗਮ ਸੀ, ਵੋਲਵੋ ਬੱਸਾਂ ਜਿਹੜੀਆਂ ਹਵਾਈ ਅੱਡੇ ਲਈ ਰਵਾਨਾ ਹੋਈਆਂ, ਉਹਦੇ ਵਿੱਚ ਭਗਵੰਤ ਮਾਨ ਦੇ ਨਾਲ ਉਹਨਾਂ ਨੇ ਸ਼ਿਰਕਤ ਕੀਤੀ ਤੇ ਕੇਜਰੀਵਾਲ ਨੇ ਨਿਸ਼ਾਨਾ ਤੇ ਗੈਂਗਸਟਰਿਜ਼ਮ ਦੇ ਉੱਤੇ ਬਹੁਤ ਗੱਲਾਂ ਬਾਤਾਂ ਕੀਤੀਆਂ ਤੇ ਉਹਨਾਂ ਨੇ ਬਿਆਨ ਜਿਹੜਾ ਦਿੱਤਾ ਉਹ ਦਿੱਤਾ ਵੀ ਤਾਂ ਪੁਰਾਣੀਆਂ ਸਰਕਾਰਾਂ ਦਾ ਜਿਹੜੀ ਕਹਿ ਲਈਏ ਵੀ ਲੈਗੇਸੀ ਹੈ, ਵਿਰਾਸਤ ਸੀ, ਉਹ ਸਾਨੂੰ ਮਿਲੀ ਹੈ। ਗੈਂਗਸਟਰ ਅਸੀਂ ਨਹੀਂ ਪੈਦਾ ਕੀਤੇ, ਓਵਰਨਾਈਟ ਨਹੀਂ ਪੈਦਾ ਹੋਏ, ਤਾਂ ਪਹਿਲੀਆਂ ਸਰਕਾਰਾਂ ਦਾ ਕੰਮ ਹੈ। ਅਸੀਂ ਤਾਂ ਇਹਨਾਂ ਨੂੰ ਖਤਮ ਕਰਨ ਦਾ ਕੰਮ ਕਰ ਰਹੇ ਹਾਂ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਵੇਖੋਗੇ। ਸੋ ਅਰਵਿੰਦ ਕੇਜਰੀਵਾਲ ਦਾ ਇਹ ਗੱਲਬਾਤ ਨੂੰ ਕਹਿਣਾ ਤੇ ਇਸ ਤੋਂ ਪਹਿਲਾਂ ਭਗਵੰਤ ਮਾਨ ਨੇ ਐਂਟੀ ਗੈਂਗਸਟਰ ਟਾਸਕ ਫੋਰਸ ਬਣਾਈ, ਲੇਕਿਨ ਉਹਦੇ ਨਾਲ ਵੀ ਕੀ ਫਰਕ ਪੈ ਗਿਆ ਸੀ। ਟਾਸਕ ਫੋਰਸ ਬੜੇ ਨੂੰ ਕਿੰਨੇ ਮਹੀਨੇ ਹੋ ਗਏ, ਲੇਕਿਨ ਉਸ ਤੋਂ ਬਾਅਦ ਐਡੇ ਵੱਡੇ ਵਾਰਦਾਤਾਂ ਹੋ ਗਈਆਂ, ਕਈ ਵਾਰਦਾਤਾਂ ਹੋਈਆਂ ਨੇ, ਇਕੱਲਾ ਇਹੀ ਗੈਂਗ ਵਾਰ ਦਾ ਕੇਸ ਨਹੀਂ ਸੀ। ਸੋ ਇਹ ਤਾਂ ਦੇਖੋ ਫੋਰਸਾਂ ਬਣਾਉਣਾ, ਟਾਸਕ ਫੋਰਸਾਂ ਬਣਾ ਕੇ ਤੁਸੀਂ ਲੋਕਾਂ ਨੂੰ ਦਰਸਾਉਣ ਦੀ ਕੋਸ਼ਿਸ਼ ਕਰਨਾ ਵੱਖਰੀ ਗੱਲ ਹੈ, ਜ਼ਮੀਨ ਤੇ ਜੋ ਹੋ ਰਿਹਾ ਉਹ ਵੱਖਰੀ ਗੱਲ ਹੈ। ਹਾਂ, ਜੇ ਕੋਈ ਹੋਰ ਖੁਦਾ ਨਾ ਖਾਸ ਅਸੀਂ ਨਹੀਂ ਚਾਹੁੰਦੇ ਕਿ ਕੋਈ ਐਸੀ ਵਾਰਦਾਤ ਹੋਵੇ, ਜੇ ਕੋਈ ਹੋਰ ਵਾਰਦਾਤ ਹੁੰਦੀ ਹੈ ਤਾਂ ਫਿਰ ਦਿੱਕਤ ਸਰਕਾਰ ਲਈ ਖੜੀ ਹੁੰਦੀ ਹੈ। ਲੇਕਿਨ ਅੱਜ ਮੈਨੂੰ ਲੱਗਾ ਕਿ ਸਰਕਾਰ ਸ਼ਾਇਦ ਲਾਰੈਂਸ ਬਿਸ਼ਨੋਈ ਦੀ ਰਿਮਾਂਡ ਲੈਣ ਤੋਂ ਬਾਅਦ ਇਸ ਚੀਜ਼ ਨੂੰ ਮਹਿਸੂਸ ਕਰ ਰਹੀ ਹੈ ਕਿ ਉਹਨਾਂ ਨੇ ਬੜੀ ਵੱਡੀ ਪ੍ਰਾਪਤੀ ਹਾਸਲ ਕਰ ਲਈ ਹੈ। ਹਾਲਾਂਕਿ 14 ਦਿਨ ਬਾਅਦ ਜਿਹੜੀ ਰਿਮਾਂਡ ਲਈ ਉਹ ਕਿੱਡੀ ਵੱਡੀ ਪ੍ਰਾਪਤੀ ਉਸਨੂੰ ਕਹੀਏ, ਲੇਕਿਨ ਸਰਕਾਰ ਦੀ ਅੱਜ ਆਵਾਜ਼ ਨਿਕਲਣੀ ਸ਼ੁਰੂ ਹੋ ਗਈ ਹੈ ਵੀ ਸ਼ਾਇਦ ਲਾਰੈਂਸ ਬਿਸ਼ਨੋਈ ਦੀ ਰਿਮਾਂਡ ਲੈ ਕੇ ਹੀ ਲੋਕਾਂ ਨੂੰ ਇਹ ਲੱਗ ਰਿਹਾ ਕਿ ਇਨਸਾਫ ਮਿਲ ਰਿਹਾ ਹੈ, ਜਦੋਂ ਕਿ ਅਜੇ ਬਹੁਤ ਦੂਰ ਨੇ ਇਨਸਾਫ ਤੋਂ, ਚਾਹੇ ਸਿੱਧੂ ਮੂਸੇਵਾਲਾ ਦੇ ਹੱਤਿਆਕਾਂਡ ਦੀ ਗੱਲ ਹੋਵੇ ਜਾਂ ਫਿਰ ਗੈਂਗਸਟਰਵਾਦ ਦੀ ਜਿਹੜੀ ਸਮੱਸਿਆ ਦੇ ਨਾਲ ਲੜਾਈ ਦੀ ਗੱਲਬਾਤ ਹੋਵੇ। ਸੋ ਤੁਹਾਨੂੰ ਲੱਗਦਾ ਨਹੀਂ ਗਾ ਕਿ ਹਾਲੇ ਕੋਈ ਰੀਸੈਂਟ ਡਿਵੈਲਪਮੈਂਟ ਹੋਣ ਵਾਲੀ? ਕਿਉਂਕਿ ਅੱਜ ਤੋਂ ਜੇ ਮੈਂ 25-30 ਸਾਲ ਪਹਿਲਾਂ ਦੀ ਗੱਲ ਕਰਦਾ, ਜਦੋਂ CIA ਸਟਾਫ ਕਿਸੇ ਨੂੰ ਫੜ ਕੇ ਪੁੱਛਗਿੱਛ ਕਰਦਾ ਸੀ ਰਤੇਸ਼ ਜੀ, ਤਾਂ ਉਹਨੂੰ ਤਸੀਹੇ ਬਹੁਤ ਦਿੰਦੇ ਸੀ। ਹੁਣ ਉਸ ਤੋਂ ਬਾਅਦ ਕਈ ਡਿਵੈਲਪਮੈਂਟਸ ਹੋ ਗਈਆਂ ਨੇ, ਹਿਊਮਨ ਰਾਈਟਸ ਤੇ ਕੈਦੀਆਂ ਦੇ ਹੱਕਾਂ ਦੇ ਤੇ ਹੋਰ ਬਹੁਤ ਸਾਰੀਆਂ ਗੱਲਾਂ ਚੱਲੀਆਂ ਨੇ। ਹੁਣ ਵੀ ਜਿਹੜਾ ਪੁੱਛਗਿੱਛ ਕਰਨ ਦਾ ਤਰੀਕਾ ਉਹੀ ਹੈ ਜਿਹੜਾ ਪਹਿਲਾਂ ਪੰਜਾਬ ਪੁਲਿਸ ਕੋ ਹੋਇਆ ਕਰਦਾ ਸੀ ਜਾਂ ਕਿ ਬਦਲ ਗਿਆ? ਬਿਲਕੁਲ ਜੀ, ਉਹੀ ਤਰੀਕਾ ਹੈ, ਕੋਈ ਜ਼ਿਆਦਾ ਬਦਲਾਅ ਨਹੀਂ ਹੋਇਆ ਹੈ। ਪੁਲਿਸ ਦੇ ਤਰੀਕਿਆਂ ਦੇ ਵਿੱਚ ਸਾਡੇ ਕੰਟਰੀ ਵਾਈਡ, ਨੈਸ਼ਨ ਵਾਈਡ ਜ਼ਿਆਦਾ ਕੋਈ ਬਦਲਾਅ ਨਹੀਂ ਹੈ। ਥੋੜ੍ਹੀ ਜਿਹੀ ਸਖਤੀ ਤਾਂ ਚਲੋ ਲੋੜੀਂਦੀ ਵੀ ਹੁੰਦੀ ਹੈ, ਲੇਕਿਨ ਇੱਥੇ ਜ਼ਿਆਦਾ ਸਖਤੀ ਹੁੰਦੀ ਹੈ। ਸੋ ਪੁਲਿਸ ਰਿਮਾਂਡ ਤੋਂ ਬਚਣ ਦਾ ਲਾਰੈਂਸ ਬਿਸ਼ਨੋਈ ਦਾ ਐਡਾ ਲੰਮਾ ਚੌੜਾ ਉਹਦਾ ਕਾਨੂੰਨੀ ਸੰਘਰਸ਼ ਰਿਹਾ, ਕਿਸੇ ਵੀ ਤਰੀਕੇ ਨਾਲ ਉਹ ਪੰਜਾਬ ਪੁਲਿਸ ਦੀ ਕਸਟਡੀ 'ਚੋਂ ਬਚੇ, ਚੰਡੀਗੜ੍ਹ ਪੁਲਿਸ ਦੇ ਹੱਥੇ ਨਾ ਲੱਗੇ। ਸੋ ਇਹ ਮਨਾਂ ਦੇ ਵਿੱਚ ਜਿਹੜਾ ਡਰ ਹੈ ਇਹ ਇਸੀ ਕਾਰਨ ਹੈ ਕਿਉਂਕਿ ਪਤਾ ਹੈ ਵੀ ਪੁਲਿਸ ਰਿਮਾਂਡ ਦੇ ਵਿੱਚ ਸਖਤੀ ਵੀ ਹੁੰਦੀ ਹੈ, ਤਰੀਕੇ ਨਾਲ ਪੁੱਛਿਆ ਵੀ ਜਾਂਦਾ ਹੈ। ਤੇ ਮੁੱਦਾ ਇਹ ਨਹੀਂ ਹੈ ਵੀ ਲਾਰੈਂਸ ਬਿਸ਼ਨੋਈ ਨੂੰ ਕੀ ਪਤਾ ਕੀ ਨਹੀਂ ਪਤਾ, ਮੁੱਦਾ ਇਹ ਵੀ ਹੈ ਕਿ ਲਾਰੈਂਸ ਬਿਸ਼ਨੋਈ ਦੇ ਜ਼ਰੀਏ ਦਬਾਅ ਪੁਲਿਸ ਬਣਾ ਰਹੀ ਹੈ ਕਿ ਸਾਨੂੰ ਹਥਿਆਰ ਰਿਕਵਰ ਕਰਾਓ, ਸਾਨੂੰ ਬੰਦੇ ਸ਼ੂਟਰਾਂ ਦੀ ਆਈਡੈਂਟੀਫਿਕੇਸ਼ਨ। ਇਹ ਸੰਭਵ ਹੈ ਕਿ ਲਾਰੈਂਸ ਬਿਸ਼ਨੋਈ ਨੂੰ ਖੁਦ ਨਾ ਪਤਾ ਹੋਵੇ ਉਹਨਾਂ ਸ਼ੂਟਰਸ ਬਾਰੇ, ਕਿਉਂਕਿ ਜੇਲ੍ਹ ਦੇ ਵਿੱਚ ਬੈਠਾ ਸੀ। ਉਹਦੇ ਜ਼ਰੀਏ ਸ਼ੂਟਰਾਂ ਨੂੰ ਬਹੁਤ ਸੌਖੇ ਤਰੀਕੇ ਨਾਲ ਫੜਿਆ ਜਾ ਸਕਦਾ ਸੀ ਜੇ ਉਹਨੂੰ ਪਤਾ ਹੋਵੇ। ਤਾਂ ਇਹ ਤਾਂ ਪੋਸੀਬਲੀ ਦਿੱਲੀ ਪੁਲਿਸ ਵੀ ਕਰ ਸਕਦੀ ਸੀ, ਲੇਕਿਨ ਦਿੱਲੀ ਪੁਲਿਸ ਨੇ ਐਡੀ ਸਖਤੀ ਕੀਤੀ ਨਹੀਂ। ਲੇਕਿਨ ਹੁਣ ਇਸ ਚੀਜ਼ ਦਾ ਦਬਾਅ ਜ਼ਰੂਰ ਬਣਾਇਆ ਜਾ ਰਿਹਾ ਹੋਏਗਾ ਲਾਰੈਂਸ ਬਿਸ਼ਨੋਈ ਤੇ ਕਿ ਤੂੰ ਸਾਨੂੰ ਰਿਕਵਰ ਕਰਵਾ ਤੇ ਆਪਣੇ ਜਿਹੜੇ ਹੈਂਡਲਰ ਤੁਹਾਡੇ ਬੈਠੇ ਨੇ ਵਿਦੇਸ਼ਾਂ ਦੇ ਵਿੱਚ ਉਹਨਾਂ ਨਾਲ ਖੁਦ ਰਾਬਤਾ ਕਰੋ, ਕਾਇਮ ਕਰੋ, ਤਾਂ ਕਿ ਉਹਨਾਂ ਤੋਂ ਪਤਾ ਲੱਗੇ ਵੀ ਜੇ ਤੁਸੀਂ ਸਖਤੀ ਤੋਂ ਬਚਣਾ ਚਾਹੁੰਦੇ ਹੋ ਜਾਂ ਤੁਸੀਂ ਚਾਹੁੰਦੇ ਹੋ ਵੀ ਤੁਹਾਡੇ ਨਾਲ ਅਸੀਂ ਥੋੜ੍ਹਾ ਜ਼ਿਆਦਾ ਮਤਲਬ ਜਿਹੜਾ ਜਿਹਨੂੰ ਕਹਿਣਾ ਵੀ ਕਸਟੋਡੀਅਲ ਇੰਟੈਰੋਗੇਸ਼ਨ ਥੋੜ੍ਹੀ ਉਨੀ ਸਖਤ ਨਾ ਹੋਵੇ, ਜਿਸ ਤੋਂ ਡਰਦਾ ਹੀ ਹੈ, ਤਾਂ ਸਰਟਨਲੀ ਉਹ ਆਪਣੇ ਹੈਂਡਲਰ ਦੇ ਨਾਲ ਰਾਬਤਾ ਕਰੇਗਾ ਤੇ ਰਿਕਵਰੀ ਵੀ ਕਰਵਾਏਗਾ। ਬੰਦੇ ਵੀ ਹੁਣ ਤੁਸੀਂ ਦੇਖੋਗੇ ਫੜੇ ਜਾਣਗੇ ਸਾਰੇ,
ਕਿਉਂਕਿ ਪੁਲਿਸ ਕਸਟਡੀ ਦੇ ਵਿੱਚ ਜ਼ਿਆਦਾ ਸਮੇਂ ਤੱਕ ਮੁਨਕਰ ਨਹੀਂ ਹੋਇਆ ਜਾ ਸਕਦਾ। ਇਸ ਚੀਜ਼ ਨੂੰ ਅਸੀਂ ਸਾਰੇ ਸਮਝਦੇ ਹਾਂ ਕਿ ਲਾਰੈਂਸ ਨੂੰ ਬਹੁਤ ਚੀਜ਼ਾਂ ਦੇ ਬਾਰੇ ਨਹੀਂ ਪਤਾ। ਇਹ ਪੂਰਾ ਦਾ ਪੂਰਾ ਕਤਲकांड ਉਸਨੇ ਕਰਵਾਇਆ, ਲੇਕਿਨ ਜਨਵਰੀ ਤੋਂ ਬਾਅਦ ਦੱਸਿਆ ਜਾਂਦਾ ਹੈ ਕਿ ਇਸ ਪੂਰੇ ਦੇ ਪੂਰੇ ਕਤਲकांड ਬਾਰੇ ਜਿਹੜੀ ਡਿਟੇਲ ਸੀ, ਫਾਈਨਲ ਡਿਟੇਲਸ, ਲੌਜਿਸਟਿਕਸ ਕੀ ਸੀ, ਸ਼ੂਟਰਸ ਕੌਣ ਸਨ, ਇਹ ਸਾਰੀ ਚੀਜ਼ਾਂ ਬਾਰੇ ਉਹਨੂੰ ਵੀ ਨਹੀਂ ਇਸ ਚੀਜ਼ ਦੀ ਸੰਭਾਵਨਾ ਹੈ ਕਿ ਉਹਨੂੰ ਨਾ ਦੱਸਿਆ ਜਾਏ। ਇਹਨਾਂ ਦਾ ਤਰੀਕਾ ਹੈ, ਯੂਰ ਲੈਫਟ ਹੈਂਡ ਡਜ਼ਨਟ ਨੋ ਕਿ ਵਾਟ ਯੂਰ ਰਾਈਟ ਹੈਂਡ ਇਜ਼ ਡੂਇੰਗ। ਤੁਹਾਡਾ ਮੋਡਿਊਲ ਇੱਕ ਦੂਸਰੇ ਦਾ ਪਤਾ ਨਾ ਹੋਵੇ ਤਾਂ ਕਿ ਬਾਅਦ ਦੇ ਵਿੱਚ ਸਾਰੇ ਲੋਕ ਫੜੇ ਨਾ ਜਾ ਸਕਣ। ਅਪਰਾਧੀਆਂ ਦਾ ਕੰਮ ਕਰਨ ਦਾ ਇੱਕ ਤਰੀਕਾ ਬਣ ਚੁੱਕਾ ਹੈ। ਸੋ ਬੜੀ ਵੱਡੀ ਆਸ ਹੈ ਜੀ, ਰਿਮਾਂਡ ਤੋਂ ਵੀ ਬਹੁਤ ਕੁਝ ਨਿਕਲੇਗਾ ਤੇ ਹੋਰ ਬਹੁਤ ਸੇ ਕੇਸਿਸ ਨੇ ਜੀ। ਕੱਲਾ ਸਿੱਧੂ ਮੂਸੇਵਾਲਾ ਤੋਂ ਪਹਿਲਾਂ ਇੱਕ ਪੈਂਟਾ ਮਰਡਰ ਕੇਸ ਹੋਇਆ 2 ਅਪ੍ਰੈਲ ਨੂੰ, ਮਾਰਿਆ ਸੀ ਇੱਕ ਬੰਦਾ। ਉਸ ਤੋਂ ਪੁਰਾਣੇ ਜਿਹੜੇ ਗੁਰਲਾਲ ਪਹਿਲਵਾਨ ਦਾ ਮਰਡਰ ਕੇਸ ਸੀ, ਜਿਸ ਵਿੱਚ ਲਾਰੈਂਸ ਬਿਸ਼ਨੋਈ ਨੂੰ ਪਹਿਲਾਂ ਵੀ ਕਸਟੋਡੀਅਲ ਇੰਟਰੋਗੇਸ਼ਨ ਦਾ ਸਾਹਮਣਾ ਕਰਨਾ ਪਿਆ ਸੀ। ਚੰਡੀਗੜ੍ਹ ਦੇ ਵਿੱਚ 1-2 ਹੋਰ ਮਰਡਰ ਜਿਹੜੇ ਸੀਗੇ, ਸੋਨੂ ਸ਼ਾਹ ਨਾਂ ਦਾ ਇੱਕ ਪ੍ਰਾਪਰਟੀ ਡੀਲਰ ਲਾਰੈਂਸ ਦੇ ਜਿਹੜੇ ਸੰਪਤ ਨਹਿਰੇ ਦੇ ਸ਼ੂਟਰਾਂ ਨੇ ਮਾਰਿਆ ਸੀ। ਚੰਡੀਗੜ੍ਹ ਪੁਲਿਸ ਉਸੇ ਕੇਸ ਦੇ ਵਿੱਚ ਇਹਨਾਂ ਦੀ ਕਸਟੋਡੀਅਲ ਇੰਟਰੋਗੇਸ਼ਨ ਚਾਹੁੰਦੀ ਸੀ, ਜੇ ਕੋਈ ਸੁਪਰੀਮ ਕੋਰਟ ਤੱਕ ਜਾ ਕੇ ਸਟੇ ਹੋ ਗਈ, ਉਹ ਨਹੀਂ ਮਿਲ ਪਾਈ ਉਹਨਾਂ ਨੂੰ ਜਿਹੜੀ ਪੁਲਿਸ ਦੀ ਕਸਟਡੀ ਸੀ। ਸੋ ਹੁਣ ਸਾਰੇ ਕੇਸਾਂ ਦੇ ਵਿੱਚ ਵਾਰੀ-ਵਾਰੀ ਰਿਮਾਂਡ ਤੇ ਲਿਆ ਜਾਏਗਾ। ਕੱਲੀ ਇਹ ਸਿੱਧੂ ਮੂਸੇਵਾਲਾ ਦੇ ਕੇਸ ਦੇ ਵਿੱਚ 5, 10, 7 ਜਾਂ 10 ਦਿਨਾਂ ਦਾ ਨਹੀਂ, ਬਲਕਿ ਹਰ ਕੇਸ ਦੇ ਵਿੱਚ 4-4, 5-5, 7-7 ਦਿਨ ਰਿਮਾਂਡ ਵਿੱਚ ਰਹਿਣਾ ਪਏਗਾ। ਤੇ ਆਪਾਂ ਉਮੀਦ ਕਰਦੇ ਹਾਂ ਕਿ ਲਾਰੈਂਸ ਬਿਸ਼ਨੋਈ 1.5-2 ਮਹੀਨੇ ਹੁਣ ਪੰਜਾਬ 'ਚ ਹੀ ਰਹੇਗਾ ਜਾਂ ਚੰਡੀਗੜ੍ਹ 'ਚ ਰਹੇਗਾ। ਅੱਛਾ, ਇੱਕ ਰਤੇਸ਼ ਜੀ ਹੋਰ ਨਾਂ ਬੋਲ ਰਿਹਾ ਵਿੱਚ, ਰਿੰਦਾ ਸ਼ਾਇਦ ਉਹਦਾ ਨਾਂ। ਉਹ ਕਹਿੰਦੇ ਪਾਕਿਸਤਾਨ ਤੋਂ ਹਥਿਆਰ ਸਪਲਾਈ ਕਰਦਾ, ਆਹ ਜਿਹੜੇ ਛੋਟੇ ਛੋਟੇ ਉਡਨ ਖਟੋਲੇ ਆ ਇਹਨਾਂ ਰਾਹੀਂ। ਉਹਦਾ ਨਾਂ ਕਹਿੰਦੇ ਹੋਰ ਵੀ ਕਈ ਕੇਸਿਸ ਦੇ ਵਿੱਚ ਆਇਆ, ਜਿੱਥੇ ਕੋਈ ਮੇਨ ਜਿਵੇਂ ਪੁਲਿਸ ਦੇ ਡਿਪਾਰਟਮੈਂਟ 'ਤੇ ਮੋਹਾਲੀ 'ਚ ਹਮਲਾ ਕਰ ਦਿੱਤਾ ਸੀ ਉੱਥੇ, ਜਾਂ ਕੋਈ RDX ਆ, ਕੋਈ ਰਾਕਟ ਲਾਂਚਰ ਆ, ਉਹ ਇਸ ਕਿਸਮ ਦੇ ਕਹਿੰਦੇ ਉਹ ਸਪਲਾਈ ਕਰਦਾ। ਨਹੀਂ ਜੀ, ਨਹੀਂ, ਰਿੰਦਾ ਦਾ ਇਸ ਕੇਸ ਦੇ ਨਾਲ ਕੋਈ ਹਲੇ ਤੱਕ ਤਾਂ ਤਾਰ ਜੁੜੇ ਨਹੀਂ। ਪੁਲਿਸ ਦੀ ਇਨਵੈਸਟੀਗੇਸ਼ਨ 'ਚ ਰਿੰਦਾ ਦਾ ਮੋਡਿਊਲ ਸਾਹਮਣੇ ਨਹੀਂ ਆਇਆ ਹੈ। ਰਿੰਦਾ ਦੀ ਸੰਭਾਵਨਾ ਥੋੜੀ ਜਿਹੀ ਘੱਟ ਹੈ। ਹਾਲਾਂਕਿ ਹਥਿਆਰ ਕਿੱਥੋਂ ਆਏ, AK-47, 74 ਜਾਂ AR-94 ਕਿੱਥੋਂ ਆਏ, ਇਹਦੇ ਉੱਤੇ ਇੱਕ ਸਵਾਲ ਜ਼ਰੂਰ ਖੜਾ ਹੈ, ਕਿਉਂਕਿ ਇਸ ਤਰੀਕੇ ਦੇ, ਇਸ ਕੈਲੀਬਰ ਦੇ ਜਿਹੜੇ ਵੈਪਨ ਪ੍ਰੋਵਾਈਡ ਕਰਨ ਦੀ ਸਮਰੱਥਾ ਰਿੰਦੇ ਦੇ ਵਿੱਚ ਹੈ। ਰਿੰਦਾ ਸੰਧੂ, ਹਰਵਿੰਦਰ ਰਿੰਦਾ ਉਹਦਾ ਨਾਂ ਹੈ, ਤੇ ਉਹ ਪਾਕਿਸਤਾਨ ਦੇ ਵਿੱਚ ਉਸਦਾ ਬੇਸ ਦੱਸਿਆ ਜਾਂਦਾ ਹੈ। ISI ਦੀ ਗੋਦੀ 'ਚ ਬੈਠਾ ਉਹ, ਤੇ ਮੰਨਿਆ ਜਾ ਰਿਹਾ ਵੀ ਉਹ ਕੈਨੇਡਾ ਵਗੈਰਾ ਦਾ ਆਉਣਾ ਜਾਣਾ ਰਿਹਾ ਹੈ, ਤੇ ਉਹਦਾ ਵੀ ਰੈੱਡ ਕਾਰਨਰ ਨੋਟਿਸ ਨਾਲ ਹੀ, ਕਿਉਂਕਿ ਗੋਲਡੀ ਬਰਾੜ ਦੇ ਹੋਇਆ ਹੈ। ਲੇਕਿਨ ਰਿੰਦਾ ਸੰਧੂ ਇਸ ਕੇਸ ਦੇ ਵਿੱਚ, ਸਿੱਧੂ ਮੂਸੇਵਾਲਾ ਦੇ ਵਿੱਚ ਉਸਦੀ ਇਨਵੋਲਵਮੈਂਟ, ਡਾਇਰੈਕਟ ਇਨਵੋਲਵਮੈਂਟ ਦੀ ਬਹੁਤ ਘੱਟ ਗੁੰਜਾਇਸ਼ ਇਸ ਵਾਸਤੇ ਹੈ, ਕਿਉਂਕਿ ਰਿੰਦਾ ਸੰਧੂ ਜਿਹੜੀ ਲੀਗ ਦੇ ਨਾਲ ਤੁਰਦਾ ਹੈ, ਜਿਹੜੇ ਹੋਰ ਗੈਂਗਸਟਰਾਂ ਦੇ ਨਾਲ ਉਹਦਾ ਰਾਬਤਾ ਰਿਹਾ, ਜਿਹਦੇ ਵਿੱਚ ਦਿਲਪ੍ਰੀਤ ਬਾਬਾ ਜਾਂ ਦਵਿੰਦਰ ਬੰਬੀਹਾ ਗੈਂਗ ਨੇ, ਸੁਖਪ੍ਰੀਤ ਬੁੱਢੇ ਵਰਗੇ ਗੈਂਗਸਟਰ ਨੇ, ਇਹ ਸਾਰੇ ਦੇ ਸਾਰੇ ਜਿਹੜੇ ਗੈਂਗਸਟਰ ਨੇ, ਇਹਨਾਂ ਦੇ ਨਾਲ ਕਥਿਤ ਤੌਰ ਤੇ ਸਿੱਧੂ ਮੂਸੇਵਾਲਾ ਦੀ ਨੇੜਤਾ ਨੂੰ ਲੈ ਕੇ ਵੀ ਉਹਨੂੰ ਟਾਰਗੇਟ ਕੀਤਾ ਗਿਆ। ਸੋ ਜਿਹੜੇ ਕਥਿਤ ਤੌਰ ਤੇ ਇਹ ਇਲਜ਼ਾਮ ਹੈਗੇ ਨੇ ਲਾਰੈਂਸ ਤੇ ਜਾਂ ਗੋਲਡੀ ਬਰਾੜ ਦੇ, ਜਦੋਂ ਉਹਨੇ ਮੇਰੇ ਨਾਲ ਫੋਨ ਤੇ ਗੱਲਬਾਤ ਕੀਤੀ ਕਿ ਇਹ ਤਾਂ ਬੰਬੀਹਾ ਗੈਂਗ ਦੇ ਉੱਤੇ ਗਾਣੇ ਬੰਦ ਕਰਦਾ ਸੀ, ਸੁਖਪ੍ਰੀਤ ਬੁੱਢਾ ਇਸ ਨੂੰ ਫਾਈਨਾਂਸ ਕਰਦਾ ਸੀ, ਇਸ ਕਿਸਮ ਦੀਆਂ ਗੱਲਾਂ ਬਾਤਾਂ ਉਹਨੇ ਕੀਤੀਆਂ। ਸੋ ਉਹਨਾਂ ਦੀ ਲੀਗ ਦੇ ਨਾਲ ਰਿੰਦਾ ਸੰਧੂ ਦੀ ਇੱਕ ਅੱਛੀ ਅੰਡਰਸਟੈਂਡਿੰਗ ਰਹੀ ਹੈ। ਸੋ ਸਿੱਧੂ ਮੂਸੇਵਾਲਾ ਇੱਕ ਅਨਲਾਈਕਲੀ ਟਾਰਗੇਟ ਹੋਏਗਾ ਰਿੰਦਾ ਸੰਧੂ ਲਈ, ਜੋ ਕਿ ਬੇਸਿਕਲੀ ਉਹਦੇ ਪਰਪਸ ਤੇ ਉਹਦਾ ਜਿਹੜਾ ਮਕਸਦ ਹੈ ਉਹ ਕੁਝ ਹੋਰ ਹੈ। ਉਹ ਗੈਂਗਸਟਰਾਂ ਦੇ ਲੈਵਲ ਤੋਂ ਉੱਤੇ ਜਾ ਚੁੱਕਾ ਹੈ, ਤੇ ਉਹਦਾ ਇਸ ਵਕਤ ਉਹ ਖਾੜਕੂਵਾਦੀ ਲਹਿਰ ਦੇ ਵਿੱਚ ਇਨਵੋਲਵਮੈਂਟ ਹੈ। ਸੋ ਉਹ ਸਿੱਧੂ ਮੂਸੇਵਾਲਾ ਨੂੰ ਇਸ ਤਰੀਕੇ ਨਾਲ ਟਾਰਗੇਟ ਕਰੇਗਾ, ਸੰਭਾਵਨਾ ਘੱਟ ਹੈ। ਹਾਂ, ਹਥਿਆਰਾਂ ਦੀ ਜਿਹੜੀ ਸਪਲਾਈ ਹੈ ਜਾਂ ਵੈਪਨ ਕਿੱਥੋਂ ਆਏ, ਉਹ ਚੀਜ਼ਾਂ ਇਨਵੈਸਟੀਗੇਸ਼ਨ ਦੇ ਵਿੱਚ ਕਲੀਅਰ ਹੋਣਗੀਆਂ। ਕੋਈ ਕਲੀਨ ਚਿੱਟ ਨਹੀਂ ਦਿੱਤੀ ਜਾ ਸਕਦੀ, ਲੇਕਿਨ ਉਹਦੀ ਅਨਲਾਈਕਲੀਨੈਸ ਹੈ। ਮੈਨੂੰ ਨਹੀਂ ਲੱਗਦਾ ਵੀ ਉਹ ਮਾਡਿਊਲ ਇੱਥੇ ਜੁੜਦਾ ਹੈ। ਹੋਰ ਕੋਈ ਜਾਣਕਾਰੀ ਆਈ ਜੀ ਇਸ ਤੋਂ ਬਿਨਾਂ ਹੋਰ ਕਿਸੇ ਪਾਸਿਓਂ? ਜੀ, ਜਾਣਕਾਰੀਆਂ ਤਾਂ ਦੇਖੋ ਕਈ ਚੀਜ਼ਾਂ ਆ ਰਹੀਆਂ ਨੇ। ਹੁਣ ਕਈ ਲੀਡਸ ਨੇ, ਕਈ ਜਗ੍ਹਾ ਛਾਪੇਮਾਰੀਆਂ ਚੱਲਦੀਆਂ ਪਈਆਂ ਨੇ। ਬਹੁਤ ਛੇਤੀ ਜਿਹੜੇ ਸਾਡੇ ਸੂਤਰਾਂ ਦੇ ਨਾਲ ਗੱਲਬਾਤ ਹੋ ਰਹੀ ਹੈ, ਸ਼ੂਟਰਾਂ ਤੱਕ ਪਹੁੰਚਣ ਦੀ ਬਹੁਤ ਛੇਤੀ ਆਸ ਕੀਤੀ ਜਾ ਰਹੀ ਹੈ। ਇਹ ਇੱਕ ਬੜੀ ਵੱਡੀ ਬ੍ਰੇਕ ਥਰੂ ਹੋਏਗੀ, ਕਿਉਂਕਿ 14 ਦਿਨ ਦੀ ਪੁਲਿਸ ਕਸਟਡੀ ਤੋਂ ਬਾਅਦ ਵੀ ਜੇ ਦਿੱਲੀ ਪੁਲਿਸ ਸ਼ੂਟਰਾਂ ਤੱਕ, ਅਸਲ ਸ਼ੂਟਰਾਂ ਤੱਕ, ਮੈਂ ਅਸਲ ਸ਼ੂਟਰਾਂ ਦੀ ਗੱਲ ਕਰ ਰਿਹਾ, ਜਿਹੜੇ ਲੋਕ ਫੜੇ ਨੇ ਮਹਾਰਾਸ਼ਟਰ ਤੋਂ, ਕਹਿੰਦੇ ਫੜ ਲਏ, 3 ਦਿਨ ਹੋ ਚੁੱਕੇ ਨੇ ਉਹਨਾਂ ਨੂੰ ਫੜੇ ਹੋਏ, ਲੇਕਿਨ ਉੱਥੋਂ ਮਹਾਰਾਸ਼ਟਰ ਤੋਂ ਕੋਈ ਖਬਰ ਨਹੀਂ ਆਈ ਹੈ ਵੀ ਜੋ ਇਸ ਚੀਜ਼ ਦੀ ਤਸਦੀਕ ਕਰੇ ਕਿ ਉਹਨਾਂ ਸ਼ੂਟਰਾਂ ਨੇ ਹੀ ਗੋਲੀ ਚਲਾਈ। ਜਿੱਥੇ ਵੀ ਰਤੇਸ਼ ਜੀ 4 ਬੰਦੇ ਜੁੜ ਕੇ ਬੈਠਦੇ ਆ, ਉੱਥੇ ਹਮੇਸ਼ਾ ਇਹ ਗੱਲ ਚੱਲਦੀ ਹੈ ਵੀ ਜਿਹੜੇ ਜੀਪ ਦੇ ਵਿੱਚ 2 ਮੁੰਡੇ ਉਹਦੇ ਨਾਲ ਬੈਠੇ ਸੀ ਔਰ ਉਹ ਦੋਨੋਂ ਹੀ ਬਚ ਗਏ, ਇੱਕ ਦੇ ਗੋਲੀ ਲੱਗੀ ਆ, ਕਿ ਤਰ੍ਹਾਂ ਦੀਆਂ ਗੱਲਾਂ ਚੱਲ ਰਹੀਆਂ, ਉਹਨਾਂ ਦੀ ਕੋਈ ਤਫਤੀਸ਼ ਨਹੀਂ ਹੋ ਰਹੀ। ਉਹ ਚਸ਼ਮਦੀਦ ਗਵਾਹ ਨੇ। ਨਹੀਂ, ਉਹ ਚਸ਼ਮਦੀਦ ਗਵਾਹ ਵੀ ਨੇ ਜੀ, ਉਹਨਾਂ ਦੀ ਤਫਤੀਸ਼ ਵੀ ਹੈ, ਉਹ ਸਕੈਨਰ ਦੇ ਵਿੱਚ ਵੀ ਹੈ, ਉਹ ਸ਼ੱਕ ਦੇ ਦਾਇਰੇ ਦੇ ਵਿੱਚ ਵੀ ਹੋਣਗੇ। ਲੇਕਿਨ ਪੁਲਿਸ ਉਹਦੇ ਬਾਰੇ ਕੋਈ ਵੀ ਡਿਟੇਲ, ਮੰਨ ਲਓ ਉਹ ਲੋਕ ਇਨਵੋਲਵਮੈਂਟ ਜਾਂ ਉਹਨਾਂ ਦੀ ਕੋਈ ਇਨਵੋਲਵਮੈਂਟ ਆਵੇ ਵੀ, ਉਹ ਬਹੁਤ ਇੱਕ ਸੈਂਸਿਟਿਵ ਇਸ਼ੂ ਹੈ। ਕਿਉਂਕਿ ਇਸ ਮੌਕੇ ਤੇ ਜੇ ਉਹਨਾਂ ਨੂੰ ਸ਼ੱਕ ਦੇ ਦਾਇਰੇ ਵਿੱਚ ਲੈ ਲਿਆ ਜਾਂਦਾ ਹੈ, ਜੋ ਕਿ ਉਹ ਹੈਗੇ ਨੇ, ਲੇਕਿਨ ਜੇ ਉਹਨਾਂ ਦੀ ਨਿਸ਼ਾਨਦੇਹੀ ਕਰਕੇ ਕੋਈ ਗੈਰ ਜ਼ਿੰਮੇਦਾਰਾਨਾ ਢੰਗ ਨਾਲ ਪੁਲਿਸ ਅਫਸਰ ਇਸ ਚੀਜ਼ ਨੂੰ ਆਊਟ ਕਰ ਦਿੰਦਾ ਹੈ, ਤਾਂ ਉਹਨਾਂ ਦੀ ਜਾਨ ਨੂੰ ਖਤਰਾ ਵੀ ਹੈ।
ਲੋਕ ਉਹਨਾਂ ਨੂੰ ਟਾਰਗੇਟ ਕਰ ਸਕਦੇ ਨੇ, ਉਹਨਾਂ ਦੀ ਰਿਸ਼ਤੇਦਾਰੀਆਂ ਹੈਗੀਆਂ ਨੇ। ਸੋ ਜਦ ਤੱਕ ਇਨਵੈਸਟੀਗੇਸ਼ਨ ਮੁਕੰਮਲ ਨਹੀਂ ਹੋ ਜਾਂਦੀ ਤਦ ਤੱਕ ਮੈਨੂੰ ਲੱਗਦਾ ਹੈ ਕਿ ਕਿਸੇ ਦੇ ਉੱਤੇ ਉਂਗਲ ਚੁੱਕਣੀ ਠੀਕ ਨਹੀਂ ਹੋਏਗੀ, ਕਿਉਂਕਿ ਕੱਲ ਨੂੰ ਐਸਾ ਕੋਈ ਹੋਰ ਵੱਧ ਨੁਕਸਾਨ ਹੋ ਜਾਏ, ਹੈ ਨਾ ਜੀ, ਬਿਨਾਂ ਕਿਸੇ ਵੈਰੀਫਾਈਡ ਇਨਫੋਰਮੇਸ਼ਨ ਦੇ। ਲੇਕਿਨ ਪੁਲਿਸ ਦੇ ਦਾਇਰੇ ਦੇ ਵਿੱਚ ਸਿਰਫ ਉਹੀ 2 ਲੋਕ ਨਹੀਂ, ਬਲਕਿ ਦਰਜਨਾਂ ਹੋਰ ਲੋਕ ਨੇ ਆਸ-ਪਾਸ ਦੇ ਪਿੰਡਾਂ ਦੇ ਯਾਰ ਦੋਸਤ ਸਰਕਲ ਦੇ ਵਿੱਚੋਂ, ਕਿਉਂਕਿ ਪੁਲਿਸ ਸਭ ਨੂੰ ਸ਼ੱਕ ਦੇ ਦਾਇਰੇ ਵਿੱਚ ਲੈ ਰਹੀ ਹੈ। ਸੋ ਅਜਿਹਾ ਨਹੀਂ ਹੈ ਕਿ ਇਹ ਦੋਵੇਂ ਲੋਕ ਜਾਂ ਇਹਨਾਂ ਤੋਂ ਇਲਾਵਾ ਬਹੁਤ ਸੇ ਹੋਰ ਲੋਕ ਉਸ ਸ਼ੱਕ ਦੀ ਜਿਹੜੀ ਸੂਈ ਉਹਨਾਂ ਤੇ ਨਹੀਂ ਟਿੱਕੀ ਹੋਈ। ਕਿਉਂਕਿ ਇੱਕ ਗੱਲ ਹੋਰ ਸੀ, ਜਿਹੜੀ ਲਾਰੈਂਸ ਬਿਸ਼ਨੋਈ ਜਾਂ ਉਹਦੇ ਵਕੀਲ ਨੇ ਉਹ ਕਹਿੰਦੇ ਸੀ ਕਿ ਜੇ ਪੁਲਿਸ ਨੂੰ, ਪੰਜਾਬ ਦੀ ਪੁਲਿਸ ਨੂੰ ਇਹਦੀ ਕਸਟਡੀ ਦੇ ਦਿੱਤੀ ਗਈ ਤਾਂ ਇਹਦਾ ਐਨਕਾਊਂਟਰ ਹੋ ਸਕਦਾ, ਕਿਤੇ ਪੁਲਿਸ ਦਾ ਮੁਕਾਬਲਾ ਨਾ ਬਣਾ ਦਿੱਤਾ ਜਾਏ। ਸੋ ਉਸ ਤਰ੍ਹਾਂ ਦੀ ਹੁਣ ਸੰਭਾਵਨਾ ਨਹੀਂ ਰਹੀ, ਕਿਉਂਕਿ ਕਹਿੰਦੇ ਕਿ ਹਰ ਮੂਵਮੈਂਟ ਦੀ ਵੀਡੀਓ ਬਣਾਈ ਜਾ ਰਹੀ ਹੈ। ਹਾਂਜੀ, ਦੇਖੋ 2020 ਦੇ ਵਿੱਚ ਜਦੋਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ 'ਚ ਲਾਰੈਂਸ ਬਿਸ਼ਨੋਈ ਚੰਡੀਗੜ੍ਹ ਪੁਲਿਸ ਦੇ ਖਿਲਾਫ ਗਿਆ ਸੀ, ਉਸ ਵਕਤ ਹਾਈ ਕੋਰਟ ਨੇ ਇੱਕ ਫੈਸਲਾ ਸੁਣਾਇਆ ਸੀ। ਉਹਨਾਂ ਨੇ ਕਿਹਾ ਸੀ ਵੀ ਤੁਸੀਂ ਲਾਰੈਂਸ ਬਿਸ਼ਨੋਈ ਨੂੰ ਜਦੋਂ ਕਿਤੇ ਲੈ ਕੇ ਜਾਓਗੇ ਬੁਲਟ ਪ੍ਰੂਫ ਗੱਡੀ 'ਚ ਲੈ ਕੇ ਜਾਓਗੇ। ਉਹਨਾਂ ਨੇ ਗਿਣਤੀ ਮੁਕਰਰ ਕੀਤੀ ਸੀ ਕਿ ਸ਼ਾਇਦ ਮੈਂ ਜੇ ਗਲਤ ਨਹੀਂ ਹੈ ਤਾਂ ਉਸ ਵਕਤ ਦੀ 50 ਦੇ ਆਸ-ਪਾਸ ਪੁਲਿਸ ਅਫਸਰ ਹੋਣਗੇ ਜਾਂ ਪੁਲਿਸ ਮੁਲਾਜ਼ਮ ਹੋਣਗੇ। ਵੀਡੀਓਗ੍ਰਾਫੀ ਪੂਰੀ ਦੀ ਪੂਰੀ ਹੋਏਗੀ ਤੇ ਹੱਥਕੜੀਆਂ ਦੇ ਵਿੱਚ ਇਹ ਲਾਰੈਂਸ ਬਿਸ਼ਨੋਈ, ਮੈਨੂੰ ਨਹੀਂ ਲੱਗਦਾ ਵੀ ਹੋਰ ਕਿੰਨੇ ਗੈਂਗਸਟਰ ਇਸ ਚੀਜ਼ ਦੀ ਡਿਮਾਂਡ ਕਰਦੇ, ਲੇਕਿਨ ਅੱਜ ਤੁਸੀਂ ਲਾਰੈਂਸ ਬਿਸ਼ਨੋਈ ਨੂੰ ਹੱਥਕੜੀਆਂ ਦੇ ਵਿੱਚ ਵੇਖਿਆ। ਸੋ ਲਾਰੈਂਸ ਬਿਸ਼ਨੋਈ ਨੇ ਕਹਿ ਕੇ ਹਾਈ ਕੋਰਟ ਨੂੰ ਕਿਹਾ ਕਿ ਮੈਨੂੰ ਹੱਥਕੜੀਆਂ ਦੇ ਵਿੱਚ ਲੈ ਕੇ ਆਇਆ ਜਾਵੇ ਤੇ ਲੈ ਕੇ ਜਾਇਆ ਜਾਵੇ। 2020 ਦੀ ਮੈਂ ਗੱਲ ਕਰ ਰਿਹਾ, ਵਿਚ ਮੀਨਸ ਉਹਨੂੰ ਖਤਰਾ ਸੀ ਕਿ ਜੇ ਮੇਰੇ ਹੱਥਕੜੀਆਂ ਲੱਗੀਆਂ ਹੋਣਗੀਆਂ ਤਾਂ ਮੈਨੂੰ ਇਹ ਮਾਰ ਨਹੀਂ ਸਕਦੇ। ਇਟ ਮੀਨਸ ਕਿ ਮੇਰੀ ਕਸਟੋਡੀਅਲ ਉਹਦੀ ਕਰ ਸਕਦੇ। ਸੋ ਹਾਈ ਕੋਰਟ ਨੇ ਆਰਡਰ ਦਿੱਤਾ ਕਿ ਲਾਰੈਂਸ ਬਿਸ਼ਨੋਈ ਨੂੰ ਜਦੋਂ ਵੀ ਲਿਆਂਦਾ ਤੇ ਲੈ ਕੇ ਜਾਇਆ ਜਾਏਗਾ ਉਹਦੇ ਹੱਥਕੜੀਆਂ ਲੱਗੀਆਂ ਹੋਣੀਆਂ ਚਾਹੀਦੀਆਂ ਐਜ਼ ਪਰ ਡਿਮਾਂਡ ਬਾਏ ਲਾਰੈਂਸ ਬਿਸ਼ਨੋਈ। ਸੋ ਪੁਲਿਸ ਨੇ ਉਸਨੂੰ ਹੱਥਕੜੀ ਨਹੀਂ ਲਗਾਈ, ਬਲਕਿ ਲਾਰੈਂਸ ਨੇ ਖੁਦ ਲਗਾਈ ਹੈ। ਦਿੱਲੀ ਪੁਲਿਸ ਦੀ ਕਸਟਡੀ ਦੇ ਵਿੱਚ ਉਹ ਤੇ ਹੱਥਕੜੀ ਨਹੀਂ ਲੱਗੀ ਸੀ, ਲੇਕਿਨ ਪੰਜਾਬ ਦੇ ਵਿੱਚ ਲੱਗੀ ਹੈ। ਸੋ ਇਹ ਸਾਰੀਆਂ ਦੀ ਸਾਰੀਆਂ ਜਿਹੜੀਆਂ ਗਾਈਡਲਾਈਨਸ ਫੋਲੋ ਹੋ ਰਹੀਆਂ ਨੇ ਉਹ ਉਸੇ ਹਾਈ ਕੋਰਟ ਦੇ ਫੈਸਲੇ ਦੀਆਂ ਹੋ ਰਹੀਆਂ ਨੇ, ਜੋ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ 2020 ਦੇ ਵਿੱਚ ਸੁਣਾਇਆ। ਜਿੱਥੇ ਤੱਕ ਗੱਲ ਐਨਕਾਊਂਟਰ ਦੀ ਰਹੀ, ਸੋ ਖਰਚਾ ਇਹਦਾ ਉਹੀ ਸੀ, ਮੇਰਾ ਐਨਕਾਊਂਟਰ ਕਰ ਦੇਣਗੇ। ਮੈਨੂੰ ਨਹੀਂ ਲੱਗਦਾ ਐਡੀ ਮੀਡੀਆ ਗਲੇਅਰ ਦੇ ਵਿੱਚ ਵੀਡੀਓਗ੍ਰਾਫੀ ਮਿੰਟ ਟੂ ਮਿੰਟ ਹੋ ਰਹੀ ਹੈ, ਤੇ ਅਫਸਰਾਂ ਦੀ ਵਿਅਕਤੀਗਤ ਜ਼ਿੰਮੇਵਾਰੀ ਹੈ। ਆਈਜੀ ਲੈਵਲ ਦੇ ਅਫਸਰਾਂ ਦੀ ਜ਼ਿੰਮੇਵਾਰੀ ਹੈ। ਉੱਥੇ ਕੋਰਟ ਦੇ ਵਿੱਚ ਲਿਖ ਕੇ ਦੇ ਕੇ ਆਏ ਨੇ ਲਾਰੈਂਸ ਬਿਸ਼ਨੋਈ ਦਾ ਐਨਕਾਊਂਟਰ ਕਰਨ ਦਾ ਮਤਲਬ ਹੈ ਕਿ ਇੱਕ ਨਹੀਂ ਬਲਕਿ ਮੈਂ ਕਹਿੰਦਾ ਕਿ ਜਿੰਨੇ ਵੀ ਆਫਿਸਰ ਤੈਨਾਤ ਨੇ, ਇੰਕਲੂਡਿੰਗ ਦ ਪੰਜਾਬ ਪੁਲਿਸ ਦੇ ਜਿਹੜੇ ਮੁਖੀ ਨੇ, ਉਹ ਸਾਰੇ ਆਪਣਾ ਦਾ ਕਰੀਅਰ ਜਿਹੜਾ ਹੈ ਉਹ ਦਾਅ ਤੇ ਲਗਾਉਣਗੇ ਜੇ ਇਹ ਐਨਕਾਊਂਟਰ ਕਰਨਗੇ। ਹਾਂ, ਜਿਹੜੀ ਚੀਜ਼ ਹੋਰ ਜਿਸ ਚੀਜ਼ ਦਾ ਖਰਚਾ ਹੋਣਾ ਚਾਹੀਦਾ ਹੈ ਉਹ ਹੈ ਕਿ ਡਿਊਰਿੰਗ ਦੀਜ਼ ਅਪੀਅਰੈਂਸਿਸ ਕੋਰਟ ਵਿੱਚ ਲਿਜਾਂਦੇ ਟਾਈਮ ਜਾਂ ਉੱਥੋਂ ਲਿਆਂਦੇ ਟਾਈਮ ਜਿਹੜੇ ਵਿਰੋਧੀ ਗੈਂਗ ਨੇ ਉਹਨਾਂ ਵੱਲੋਂ ਉਸ ਨੂੰ ਟਾਰਗੇਟ ਨਾ ਕੀਤਾ ਜਾਏ, ਜਾਂ ਫਿਰ ਜਦੋਂ ਉਸਨੂੰ ਪੁਲਿਸ ਕਸਟਡੀ ਤੋਂ ਬਗੈਰ ਜੇਲ੍ਹ ਦੇ ਵਿੱਚ, ਜੁਡੀਸ਼ੀਅਲ ਕਸਟਡੀ ਦੇ ਵਿੱਚ, ਹਾਲਾਂਕਿ ਉਹਦੀ ਸੰਭਾਵਨਾ ਅਗਲੇ ਕੁਝ ਹਫ਼ਤਿਆਂ ਤੱਕ ਨਹੀਂ ਹੈ, ਲੇਕਿਨ ਜਦੋਂ ਉਸਨੂੰ ਜੇਲ੍ਹ ਵਿੱਚ ਭੇਜਿਆ ਜਾਂਦਾ ਹੈ ਪੰਜਾਬ ਦੀ ਕਿਸੇ ਜੇਲ੍ਹ ਵਿੱਚ, ਤਾਂ ਉਸ ਵਕਤ ਉਸ ਉੱਤੇ ਕੋਈ ਜੇਲ੍ਹ ਦੇ ਵਿੱਚ ਹਮਲਾ ਨਾ ਹੋਵੇ। ਇਹ 2 ਪੋਸੀਬਿਲਿਟੀਜ਼ ਨੇ ਜਿਨ੍ਹਾਂ ਨੂੰ ਕੋਰਟ ਦੇ ਆਰਡਰ ਤੋਂ ਵੀ ਪ੍ਰੀਐਮਪਟ ਨਹੀਂ ਕੀਤਾ ਜਾ ਸਕਦਾ। ਸੋ ਐਨਕਾਊਂਟਰ ਦਾ ਤਾਂ ਸਵਾਲ ਦੂਰ ਦੂਰ ਤੱਕ ਨਹੀਂ ਉੱਠਦਾ, ਕਿਉਂਕਿ ਜੇ ਐਨਕਾਊਂਟਰ ਹੁੰਦਾ ਤਾਂ ਉਹ ਬਹੁਤ ਨੁਕਸਾਨ ਹੋਏਗਾ ਤੇ ਉਹ ਇਟ ਵਿਲ ਮੀਨ ਲਾਅਲੈਸਨੈਸ। ਉਹ ਕੋਈ ਵੀ ਨਹੀਂ ਅਫੋਰਡ ਕਰ ਸਕਦਾ, ਨਾ ਅਦਾਲਤਾਂ, ਨਾ ਸਰਕਾਰਾਂ, ਨਾ ਪੰਜਾਬ ਸਰਕਾਰ, ਨਾ ਪੰਜਾਬ ਪੁਲਿਸ। ਸੋ ਉਹ ਗੱਲਾਂ ਬਾਤਾਂ ਤਾਂ ਲੋਕਾਂ ਦੇ ਮਨਾਂ ਦੇ ਭਾਵ ਹੋ ਸਕਦੇ ਨੇ, ਲੇਕਿਨ ਉਸ ਚੀਜ਼ ਦੀ ਸੰਭਾਵਨਾ ਘੱਟ ਹੈ। ਹਾਂ, ਹੋਰ ਤਰੀਕੇ ਹੁੰਦੇ ਨੇ। ਜੇ ਕਿਸੇ ਦਾ ਨੁਕਸਾਨ ਹੋਣਾ ਹੀ ਹੁੰਦਾ ਹੈ, ਕਿਸੇ ਨੇ ਕਰਨਾ ਹੀ ਹੁੰਦਾ ਹੈ, ਤਾਂ ਕੋਰਟ ਰੂਮ ਦੇ ਵਿੱਚ ਵੀ ਸ਼ੂਟਿੰਗਸ ਹੁੰਦੀਆਂ ਨੇ। ਗੈਂਗ ਵਾਰਸ ਦੇ ਵਿੱਚ ਰੋਣੀ ਕੋਰਟ ਦੇ ਵਿੱਚ ਪਿਛਲੇ ਸਾਲ ਸਤੰਬਰ ਜਾਂ ਅਗਸਤ ਜਾਂ ਸਤੰਬਰ ਦੇ ਵਿੱਚ ਬੜਾ ਵੱਡਾ ਸ਼ੂਟ ਆਊਟ ਹੋਇਆ। ਇਹ ਸਾਰੇ ਗੈਂਗ ਇਨਵੋਲਵਡ ਸੀਗੇ, ਲਾਰੈਂਸ ਲੂਰੈਂਸ ਵਾਲੇ। ਸੋ ਉੱਥੇ 3 ਗੈਂਗਸਟਰ ਕੋਰਟ ਰੂਮ ਦੇ ਵਿੱਚ ਜੱਜ ਦੇ ਸਾਹਮਣੇ ਗੋਲੀਆਂ ਇੱਕ ਦੂਸਰੇ ਨੂੰ ਵੱਜੀਆਂ ਤੇ ਮਾਰਤੇ ਗਏ, ਠੀਕ ਹੈ ਨਾ। ਸੋ ਉਹ ਕੱਲ੍ਹ ਨੂੰ ਕੋਈ ਇਹੋ ਜਿਹੀ ਵਾਰਦਾਤ ਘਟਨਾ ਹੋਵੇ, ਯੂ ਨੈਵਰ ਨੋ, ਬਿਕੋਜ਼ ਜਿਹੜੇ ਵਿਰੋਧੀ ਗੈਂਗ ਨੇ ਉਹਨਾਂ ਨੇ ਬਕਾਇਦਾ ਸੋਸ਼ਲ ਮੀਡੀਆ ਤੇ ਆ ਕੇ ਜ਼ਿੰਮੇਵਾਰੀਆਂ ਲਈਆਂ ਨੇ ਕਿ ਉਹ ਵਾਰਦਾਤ ਕਰਨਗੇ ਤੇ ਇਹਨਾਂ ਤੋਂ ਬਦਲਾ ਲੈਣਗੇ ਸਿੱਧੂ ਮੂਸੇਵਾਲਾ ਹੋਣਾ ਦੀ ਮੌਤ ਦਾ। ਸੋ ਗੈਂਗ ਵਾਰ ਦੇ ਵਿੱਚ ਕੁਝ ਵੀ ਹੋ ਸਕਦਾ ਹੈ। ਵੀਰ ਜੀ, ਬਹੁਤ ਬਹੁਤ ਮਿਹਰਬਾਨੀ, ਥੈਂਕ ਯੂ।